महापुरुष पहुँच चुके हैं। होइयां तमाम गलतियां भुलां चुकां माफ़ करो। रहंदा समां महापुरुषां पासों सरवण करके आपदा लोक और परलोक सहेला करो। वाहिगुरू जी का खालसा वाहिगुरू जी की फतेह।
ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਨਾਉ ਤੇਰਾ ਨਿਰੰਕਾਰ ਹੈ, ਨੈ ਲਈਐ ਨਰਕ ਨਾ ਜਾਈਐ। ਜੀਉ ਪਿੰਡ ਸਭ ਤਿਸ ਦਾ ਦੇਖਾਜੈ, ਆਖ ਗਵਾਈਐ। ਜੇ ਲੋੜੈ ਚੰਗਾ ਆਪਣਾ, ਕਰ ਪੁੰਨੋ ਨੀਚ ਸਦਾਈਐ। ਜੇ ਜਰਵਾਣਾ ਪਰਖਰੈ, ਜਰਵੇਸ ਕਰਿੰਦੀ ਆਈਐ। ਪੂਰਖ ਨਾ ਭਰੀਐ ਪਾਈਐ, ਪੂਰਖ ਨਾ ਭਰੀਐ ਪਾਈਐ। ਐਸਾ ਕੋਈ ਸੰਤ ਮਿਲੇ ਜਿਹੜਾ, ਮੋੜੇ ਮਨਾ ਦੀਆਂ ਵਾਗਾਂ। ਐਸਾ ਕੋਈ ਸੰਤ ਮਿਲੇ ਜਿਹੜਾ, ਮੋੜੇ ਮਨਾ ਦੀਆਂ ਵਾਗਾਂ। ਐਸਾ ਕੋਈ ਸੰਤ ਮਿਲੇ ਜਿਹੜਾ, ਮੋੜੇ ਦਿਲਾਂ ਦੀਆਂ ਸੰਤ ਮਿਲੇ ਜਿਹੜਾ, ਮੋੜੇ ਦਿਲਾਂ ਐਸਾ ਕੋਈ ਸੰਤ ਮਿਲੇ
ऐसा कोई संत मिले जेड़ा मोड़े दिलां दियां वागां। ऐसा कोई संत मिले जेड़ा मोड़े दिलां दियां वागां। ऐसा कोई संत मिले जेड़ा मोड़े दिलां दियां वागां। ऐसा कोई संत मिले जेड़ा मोड़े दिलां सुनियो मेरे मीता महिमा साधुआं दे। सुनियो मेरे मीता महिमा साधुआं दे संग दे। साधुआं दे संग दी, साधुआं दे संग दी, साधुआं दे संग दी, साधुआं दे संग दी। साधुआं दे संग दी, साधुआं दे सुनियो मेरे मीता महिमा साधुआं दे। सुनियो मेरे मीता महिमा साधुआं दे संग दे। महिमा साधु संग की सुनो मेरे मीता। मैल खोई कोट अग करे निर्मल भय चीता। सिंह बिलाई होए गयो तृण मेर दखीता। श्रम करते दम आड को ते कनी तनीता। परम सत्कार योग गुरु रूप गुरु खालसा सद संगत। आप सब बहुत बड़े भागां वाले हो जिन्हों हर रोज़ की तरह अज भी अपने इस नगर सिकंदरपुरा मलेरकोटला एरिया चौथे दीवान की हाज़री भरन का सुभाग समा मिल रहा है। ये महान बड़ा उपराला श्री गुरु ग्रंथ साहिब सच्चे पातशाह जी ने अपने ते तरस किया। सारा साल असी कम्मां कारां दे विच खचत रहे, बड़ियां मेहनतां मशक्कतां करते रहे। हुण सानू दान दसवंध कढ़ण दा
ਅਤੇ ਹਰ ਜਸ ਸਰਵਣ ਕਰਨ ਦਾ ਸਮਾਂ ਵਾਹਿਗੁਰੂ ਜੀ ਨੇ ਬਖਸ਼ਿਆ। ਜਿੱਥੇ ਸਾਰੇ ਨਗਰ ਨਿਵਾਸੀਆਂ ਨੇ, ਪਤਵੰਤੇ ਸੱਜਣਾ ਨੇ ਮਹਾਂਪੁਰਖਾਂ ਦੇ ਮੋਢੇ ਦੇ ਨਾਲ ਮੋਢਾ ਲਗਾ ਕਰਕੇ ਇਹਨਾਂ ਸਮਾਗਮਾਂ ਦੇ ਵਿੱਚ ਤਨ ਮਨ ਧਨ ਦੇ ਨਾਲ ਸੇਵਾ ਕੀਤੀ ਹੈ, ਉੱਥੇ ਮਹਾਂਪੁਰਖ ਸੰਤ ਦਰਸ਼ਨ ਮੁਨੀ ਮਹਾਰਾਜ, ਸੰਤ ਨਿਰਮਲ ਦਾਸ ਮਹਾਰਾਜ ਅਤੇ ਸਾਡੇ ਬਹੁਤ ਹੀ ਪ੍ਰੇਮ ਵਾਲੇ ਫੌਜੀ ਸਾਹਿਬ ਇੰਦਰਜੀਤ ਸਿੰਘ, ਜਿਨ੍ਹਾਂ ਨੇ ਸਾਨੂੰ ਤੁਹਾਡੇ ਇਸ ਨਗਰ ਦੇ ਵਿੱਚ ਲਿਆਂਦਾ। ਇਸ ਨਗਰ ਨਿਵਾਸੀ ਸੰਗਤਾਂ ਦਾ, ਇਹਨਾਂ ਮਹਾਂਪੁਰਖਾਂ ਦਾ, ਰੱਬ ਰੰਗੀਆਂ ਰੂਹਾਂ ਦਾ ਮਿਲਾਪ ਕਰਵਾਇਆ। ਔਰ ਕਿਤਨੀਆਂ ਸਾਰੀਆਂ ਸੰਗਤਾਂ ਜੋ ਤਨ ਕਰਕੇ ਸੇਵਾ ਕਰੀਆਂ ਹਨ, ਮਨ ਕਰਕੇ ਬਾਣੀ ਸੁਣ ਰਹੀਆਂ ਹਨ, ਧਨ ਕਰਕੇ ਗੁਰੂ ਕੇ ਲੰਗਰਾਂ ਦੇ ਵਿੱਚ ਸਹਿਯੋਗ ਦੇ ਰਹੀਆਂ ਹਨ। ਬੜਾ ਧੰਨਵਾਦ ਹੈ ਸਾਰੇ ਸੱਜਣਾਂ ਦਾ। ਸੋ ਸਾਧ ਸੰਗਤ ਆਪਾਂ ਪਿਛਲੇ ਕਈ ਰੋਜ਼ ਤੋਂ ਲੈ ਕਰਕੇ ਇਹਨਾਂ ਸਮਾਗਮਾਂ ਦੇ ਵਾਸਤੇ ਤਤਪਰ ਸਾਂ ਕਿ ਕਦੋਂ ਸਮਾਂ ਆਵੇ ਜਦੋਂ ਅਸੀਂ ਮਹਾਂਪੁਰਖਾਂ ਦੇ ਦਰਸ਼ਨ ਦੀਦਾਰ ਕਰਕੇ ਧੰਨ ਹੋਈਏ, ਗੁਰੂ ਸਾਹਿਬ ਦੇ ਦੀਦਾਰ ਕਰਕੇ ਜਨਮ ਮਰਨ ਨੂੰ ਕੱਟੀਏ, ਸੰਗਤਾਂ ਦੀ ਸੇਵਾ ਕਰਕੇ ਆਪਣੀ ਦੌਲਤ, ਆਪਣਾ ਧਨ ਪਦਾਰਥ ਸਪਲਾ ਕਰੀਏ। ਸੰਤਾਂ ਦੀ ਸੰਗਤ ਕਰਦਿਆਂ ਕਰਦਿਆਂ ਸਾਧ ਸੰਗਤ ਇਹ ਜੀਵ ਕਾਮਾਂ ਤੋਂ ਬਗਲੇ, ਬਗਲਿਆਂ ਤੋਂ ਹੰਸ, ਹੰਸਾਂ ਤੋਂ ਦੇਵਤਾ ਸਰੂਪ ਬਣ ਜਾਇਆ ਕਰਦਾ ਹੈ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਸਤਿਗੁਰਾਂ ਦੀ ਬਾਣੀ ਮਾਨਸਾਂ ਤੋਂ ਦੇਵਤੇ ਬਣਾਉਣ ਦੀ ਸਮਰੱਥਾ ਰੱਖਦੀ ਹੈ। ਪਾਪੀ ਜੀਵਾਂ ਦੇ ਪਾਪ ਕਰਮ ਕੱਟ ਕੇ ਵਾਲਮੀਕ ਰਿਸ਼ੀ ਵਰਗਿਆਂ ਨੂੰ ਭਗਵਾਨ ਸ਼੍ਰੀ ਰਾਮਚੰਦਰ ਦੇ ਅਵਤਾਰ ਧਾਰਨ ਤੋਂ 10,000 ਸਾਲ ਪਹਿਲਾਂ ਰਮਾਇਣ ਲਿਖਣ ਦੀ ਸਮਰੱਥਾ ਪ੍ਰਦਾਨ ਕਰ ਦਿੰਦੀ ਹੈ ਸੰਗਤ ਸਾਧੂ ਦੀ। ਸਾਧੂ ਦੀ ਸੰਗਤ ਗਨਕਾ ਵਰਗੀ ਪਾਪਣ ਨੂੰ ਤਾਰ ਕੇ ਬੈਕੁੰਠ ਧਾਮ ਨੂੰ ਬਿਬਾਨਾਂ ਦੇ ਵਿੱਚ ਚਾੜ ਕੇ ਤੋਰਦੀ ਹੈ। ਸਾਧੂ ਦੀ ਸੰਗਤ ਅਜਾਮਲ ਵਰਗਾ ਪਾਪੀ ਕਿਤਨੇ ਨਿਸ਼ਿਧ ਕਰਮ ਕੀਤੇ ਸਨ। ਰਾਜ ਭਾਗ ਦੇ ਵਿੱਚ ਡਿਊਟੀ ਮਿਲ ਗਈ ਸੀ ਆਪਣੇ ਪਿਤਾ ਰਾਜ ਪੰਡਤ ਦੀ ਡਿਊਟੀ। ਵਿਸ਼ੇ ਰਸ ਦੇ ਅਧੀਨ ਹੋਣ ਕਰਕੇ ਸਾਧ ਸੰਗਤ ਉਸ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ। ਐਡਾ ਵੱਡਾ ਪਾਪੀ, ਕਿਸੇ ਦੇ ਪਾਪਾਂ ਨੂੰ ਉਹ ਇਕੱਲਾ ਆਪ ਹੀ ਜਾਣਦਾ ਹੈ, ਕਿਸੇ ਦੇ ਪਾਪ ਕਰਮਾਂ ਨੂੰ ਉਹਦੇ ਘਰ ਦੇ ਜਾਣਦੇ ਹਨ, ਕਿਸੇ ਦੇ ਪਾਪ ਕਰਮਾਂ ਨੂੰ ਆਂਢੀ ਗਵਾਂਢੀ ਰਿਸ਼ਤੇਦਾਰ, ਕਿਸੇ ਦੇ ਪਾਪਾਂ ਨੂੰ ਪੂਰਾ ਪਿੰਡ ਜਾਣਦਾ ਹੈ। ਪਰ ਅਜਾਮਲ ਦੇ ਪਾਪ, ਅਜਾਮਲ ਪਾਪੀ ਜਗ ਜਾਣੈ ਨਿਮਖ ਮਾਹੇ ਨਿਸਤਾਰਾ। ਸਾਧੂ ਦੀ ਸੰਗਤ ਤਾਂ ਸਾਧ ਸੰਗਤ ਬੜੇ ਬੜੇ ਪਾਪੀਆਂ ਨੂੰ ਪੁਨੀਤ ਕਰ ਦਿੰਦੀ ਹੈ, ਪਵਿੱਤਰ ਕਰ ਦਿੰਦੀ ਹੈ, ਸਭੇ ਦੁੱਖਾਂ ਦਾ ਨਾਸ਼ ਕਰ ਦਿੰਦੀ ਹੈ। ਇਸੇ ਕਰਕੇ ਤੁਹਾਨੂੰ ਜਥੇ ਦੇ ਸਿੰਘ ਬਾਣੀ ਸੁਣਾ ਰਹੇ ਸਨ ਕਿ ਸਤ ਸੰਗਤ ਤੈਨੂੰ ਜੋ ਮਿਲ ਰਹੀ ਹੈ ਨਾ, ਇਹ ਤਾਂ ਤੈਨੂੰ ਕਰੋੜਾਂ ਦੇ ਅਮੁੱਲੇ ਸਵਾਸ ਦੇ ਕੇ ਵੀ ਪ੍ਰਾਪਤ ਨਹੀਂ ਹੋ ਰਹੀ ਸੀ, ਪਰ ਇੱਥੇ ਤੇਰੇ ਘਰ ਦੇ ਵਿੱਚ ਗੰਗਾ ਪ੍ਰਵਾਹ ਚੱਲ ਰਿਹਾ ਹੈ, ਤੇਰੇ ਘਰ ਦੇ ਅੰਦਰ ਨਾਮ ਸਿਮਰਨ ਦਾ ਪ੍ਰਵਾਹ ਚੱਲ ਰਿਹਾ ਹੈ। ਜੇ ਤੂੰ ਹਜੇ ਵੀ ਆ ਕੇ ਸਤਸੰਗ ਨਹੀਂ ਕਰਦਾ, ਇਦੋਂ ਮਾੜੇ ਭਾਗ ਤੇਰੇ ਹੋਰ ਹੋ ਕੀ ਸਕਦੇ ਹਨ। ਤੈਨੂੰ ਸਤ ਸੰਗਤ ਮਿਲੀ ਹੈ। ਵੱਡੇ ਸੰਤ ਜੀ ਮਹਾਰਾਜ ਕਹਿੰਦੇ ਹੁੰਦੇ ਸਨ, 3 ਹਿੱਸਿਆਂ ਵਿੱਚ ਗੱਜ ਕੇ ਬੋਲੋ ਭਾਈ। ਪਹਿਲੇ ਹਿੱਸੇ ਦਾਸ ਬੋਲਦਾ,
ਦੂਜੇ ਹਿੱਸੇ ਜਥੇ ਸਮੇਤ ਸਾਰੇ ਭਾਈ, ਤੀਜੇ ਹਿੱਸੇ ਸਭ ਬੀਬੀਆਂ ਭੈਣਾਂ ਵੀ ਸ਼ਬਦ ਦੀ ਧਾਰਨਾ ਵਿੱਚ ਗੱਜ ਵੱਜ ਕੇ ਬੋਲੋ ਤਾਂ ਕਿ ਸਾਡਾ ਆਇਆ ਸਫਲਾ ਹੋ ਸਕੇ। ਸਤਿਗੁਰੂ ਕੀ ਫਰਮਾਨ ਕਰਦੇ ਹਨ, ਕਰ ਲੈ ਮਨਾ ਚਿਤ ਲਾ ਕੇ ਸਤ ਸੰਗ ਦੋ ਘੜੀਆਂ, ਤੂੰ ਤਾਂ ਕਰ ਲੈ ਮਨਾ ਚਿਤ ਲਾ ਕੇ ਸਤ ਸੰਗ ਦੋ ਘੜੀਆਂ। ਤਾਂ ਕਰ ਲੈ ਮਨਾ ਚਿਤ ਲਾ ਕੇ ਸਤ ਸੰਗ ਦੋ ਘੜੀਆਂ। ਤੂੰ ਤਾਂ ਕਰ ਲੈ ਮਨਾ ਚਿਤ ਲਾ ਕੇ ਸਤ ਸੰਗ ਦੋ ਘੜੀਆਂ। ਕਰ ਲੈ ਮਨਾ ਚਿਤ ਲਾ ਕੇ ਸਤ ਸੰਗ ਦੋ ਘੜੀਆਂ। ਤੂੰ ਤਾਂ ਕਰ ਲੈ ਮਨਾ ਚਿਤ ਲਾ ਕੇ ਸਤ ਸੰਗ ਦੋ ਘੜੀਆਂ। ਸਤ ਸੰਗ ਜੀ ਦੋ ਘੜੀਆਂ, ਵਾਹ ਵਾਹ। ਸਤ ਸੰਗ ਜੀ ਦੋ ਘੜੀਆਂ। 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 ਤਾਂ ਕਰ ਲੈ ਮਨਾ ਚਿਤ ਲਾ ਕੇ, ਬਈ ਕਰ ਲੈ ਮਨਾ ਚਿਤ ਲਾ ਕੇ। ਤੂੰ ਤਾਂ ਕਰ ਲੈ ਮਨਾ ਚਿਤ ਲਾ ਕੇ। ਵਾਹਿਗੁਰੂ ਤੂੰ ਤਾਂ ਕਰ ਲੈ ਮਨਾ ਚਿਤ ਲਾ ਕੇ। ਉਹ ਕਰ ਲੈ ਮਨਾ ਚਿਤ। ਵਾਹ 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 ਵਾਹ। ਕਰ ਲੈ ਮਨਾ ਚਿਤ ਲਾ ਕੇ, ਮਨਾ ਚਿਤ ਸਤ ਸੰਗ ਦੋ ਘੜੀਆਂ। ਕਰ ਲੈ ਮਨਾ ਵਈ ਚਿਤ ਲਾ ਕੇ ਸਤ ਸੰਗ ਦੋ ਘੜੀਆਂ। ਤੂੰ ਤਾਂ ਕਰ ਲੈ ਮਨਾ ਚਿਤ ਲਾ ਕੇ ਸਤ ਸੰਗ ਦੋ ਘੜੀਆਂ। ਤੂੰ ਤਾਂ ਕਰ ਲੈ ਮਨਾ ਚਿਤ ਜੀ ਸਤ ਸੰਗ ਦੋ ਘੜੀਆਂ। ਕਰ ਲੈ ਮਨਾ ਚਿਤ ਲਾ ਕੇ ਸਤ ਸੰਗ ਦੋ ਘੜੀਆਂ। ਤੂੰ ਤਾਂ ਕਰ ਲੈ ਮਨਾ ਚਿਤ ਲਾ ਕੇ ਸਤ ਸੰਗ ਦੋ ਘੜੀਆਂ। ਇੱਕ ਕੜੇ ਆਦੇ ਕੜੇ ਆਦੇ ਹੁੰਦੇ ਆਦ ਭਗਤਨ ਸੇਤੀ ਗੋਸ਼ਟੀ ਜੋਗੀ ਨੇ ਸੋਲਾਵ। ਜਿਹੜਾ ਤੁਸੀਂ ਸਤ ਸੰਗਤ ਕਰਦੇ ਹੋ ਨਾ, ਇਹਦਾ ਇਤਨਾ ਵੱਡਾ ਮਹਾਨ ਪੁੰਨ ਫਲ ਹੈ ਜਿਹੜਾ ਕਹਿਣ ਕਥਨ ਤੋਂ ਬਾਹਰ ਹੈ। ਜਦੋਂ ਅਸੀਂ ਕ੍ਰੋਧ ਵਿੱਚ ਆਉਂਦੇ ਹਾਂ, ਗਾਲੀ ਗਲੋਚ ਕਰਦੇ ਹਾਂ, ਸਾਡੇ ਕਿਤਨੇ ਚੰਗੇ ਕਰਮਾਂ ਦਾ ਨਾਸ਼ ਹੋ ਜਾਂਦਾ ਹੈ, ਮਨ ਦੀ ਸ਼ਾਂਤੀ ਖਤਮ ਹੋ ਜਾਂਦੀ ਹੈ। ਉਹ ਜੋ ਸਾਡਾ ਭਗਤੀ ਭਾਵ ਵਾਲਾ ਸੁਭਾਅ ਹੁੰਦਾ ਹੈ, ਨਾਮ ਸਿਮਰਨ ਵਾਲਾ, ਉਹ ਚਕਨਾਚੂਰ ਹੋ ਜਾਇਆ ਕਰਦਾ ਹੈ। ਸ਼ਾਂਤੀ ਕਿਤਨੀ ਹੋਣੀ ਚਾਹੀਦੀ ਹੈ। ਹੁਣ ਭਗਵਾਨ ਸ਼੍ਰੀ ਚੰਦਰ ਮਹਾਰਾਜ ਦੀ ਫੁਲਵਾੜੀ ਦੇ ਵਿੱਚ ਆਪਾਂ ਸਜੇ ਹੋਏ ਹਾਂ। ਭਗਵਾਨ ਦੀ ਕਿੰਨੀ ਕੁ ਮਹਿਮਾ ਕੀਤੀ ਜਾਵੇ, ਕਿਤਨੀ ਨਿਮਰਤਾ ਵਾਲੇ, ਕਿਤਨੇ ਪ੍ਰੇਮ ਵਾਲੇ,
ਜਦੋਂ ਭਗਵਾਨ ਨੇ ਸੰਸਾਰ ਤੇ ਅਵਤਰਨ ਕੀਤਾ, ਭਗਵਾਨ ਸ਼੍ਰੀ ਚੰਦਰ ਮਹਾਰਾਜ, ਪਿਤਾ ਸ਼੍ਰੀ ਗੁਰੂ ਨਾਨਕ ਦੇਵ ਜੀ, ਮਾਤਾ ਸੁਲੱਖਣੀ ਜੀ, ਸਾਧ ਸੰਗਤ ਅਵਤਾਰ ਧਾਰਨ ਕਰਨ ਵੇਲੇ ਉਹਨਾਂ ਦੇ ਕੰਨ ਦੇ ਵਿੱਚ ਮਾਸ ਦੀ ਮੁੰਦਰਕ ਹੈ, ਸਿਰ ਦੇ ਉੱਤੇ ਸੁਨਹਿਰੀ ਜਟਾਵਾਂ, ਸਰੀਰ ਦੇ ਉੱਤੇ ਆ ਜਿਹੜੇ ਧੂਣਾ ਸਾਹਿਬ ਨੂੰ ਅਸੀਂ ਨਮਸਕਾਰ ਕਰਦੇ ਹਾਂ, ਵਿਭੂਤ ਉਹਨਾਂ ਦੇ ਸਰੀਰ ਦੇ ਉੱਤੇ ਅਵਤਾਰ ਧਾਰਨ ਵੇਲੇ ਜਦੋਂ ਸੰਸਾਰ ਤੇ ਪਹੁੰਚੇ ਹੀ ਨੇ। ਕਈ ਸਾਡੇ ਪ੍ਰਚਾਰਕ ਕਹਿ ਦਿੰਦੇ ਨੇ, ਅਲਮਲ ਖਾਈ ਸਿਰ ਛਾਈ ਪਾਈ, ਮੂਰਖ ਅੰਧੇ ਪੱਤ ਗਵਾਈ। ਅਸੀਂ ਸੁਣੇ ਨੇ ਉਹ ਕਹਿੰਦੇ ਕਿ ਗੰਦਮੰਦ ਖਾਂਦੇ ਸੀ, ਪਾਗਲ ਹੈ ਜਿਹਨੇ ਸਿਰ 'ਚ ਸੁਆਹ ਪਾਈ ਹੋਵੇ। ਪਰ ਸਾਧ ਸੰਗਤ ਉਹਨਾਂ ਨੇ ਤਾਂ ਜਦੋਂ ਅਵਤਾਰ ਧਾਰਨ ਕੀਤਾ, ਭਗਵਾਨ ਨੇ ਆਪ ਵਿਭੂਤੀ ਦਾ ਪ੍ਰਸ਼ਾਦ ਉਹਨਾਂ ਨੂੰ ਦੇ ਕੇ ਤੋਰਿਆ। ਜਨਮ ਵੇਲੇ ਹੀ ਇੱਥੇ ਬਸ ਨਹੀਂ, ਅਵਸਥਾ ਉੱਚੀ ਹੁੰਦੀ ਗਈ, ਦੁਨੀਆ ਨਮਸਕਾਰਾਂ ਕਰਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਦੁਨੀਆ ਦਾ ਭਲਾ ਕਰਨ ਵਾਸਤੇ ਉਦਾਸੀਆਂ ਤੇ ਚਲੇ ਜਾਂਦੇ ਹਨ। ਭੂਆ ਜੀ ਭਾਵ ਬੇਬੇ ਨਾਨਕੀ, ਭੂਆ ਜੀ ਨੂੰ ਸੰਭਾਲ ਜਾਂਦੇ ਹਨ, ਇਹ ਤੁਹਾਡਾ ਬੇਟਾ ਹੈ, ਇਹਨਾਂ ਦੋਨਾਂ ਦੀ ਪਰਵਰਿਸ਼ ਤੁਸੀਂ ਕਰਨੀ ਹੈ। ਭਗਵਾਨ ਸ਼੍ਰੀ ਚੰਦ ਮਹਾਰਾਜ ਅਤੇ ਲక్ష్ਮੀ ਦਾਸ ਮਹਾਰਾਜ, ਬੇਬੇ ਨਾਨਕੀ ਕਿਸੇ ਕੰਮ ਦੇ ਵਿੱਚ ਬਿਜ਼ੀ ਹਨ। ਉਹ ਫਕੀਰ ਲੋਕ ਆ ਕੇ ਦਰ ਤੇ ਅਲੱਖ ਜਗਾ ਦਿੱਤੀ, ਲਿਆਓ ਭਾਈ ਕੁਛ ਸਾਡੀ ਝੋਲੀ में ਖੈਰ ਪਾ ਦਿਓ ਜਰਾ। ਪਰਿਵਾਰ ਵਾਲੇ ਆਪੋ ਆਪਣੇ ਕੰਮਾਂ ਦੇ ਵਿੱਚ ਬਿਜ਼ੀ ਨੇ। ਭਗਵਾਨ ਅੰਦਰ ਗਏ, ਛੋਟੇ ਜਿਹੇ ਨੇ, 3-4 ਸਾਲ ਦੀ ਉਮਰ, ਕਿੱਡੀ ਕੁ ਹੁੰਦੀ, 5 ਕਹਿ ਲਓ। ਅੰਦਰ ਗਏ, ਛੋਲਿਆਂ ਦੀ ਬੋਰੀ ਪਈ ਸੀ, ਐ ਮੁੱਠੀ ਭਰ ਕੇ ਛੋਲਿਆਂ ਦੇ ਦਾਣੇ ਲਿਆ ਕੇ ਕਹਿੰਦੇ ਲਿਆ ਤੇਰੀ ਝੋਲੀ ਚ ਪਾ ਦਈਏ। ਜਦੋਂ ਹੱਥ ਖੋਲਿਆ ਤਾਂ ਸਾਧ ਸੰਗਤ ਜੀ ਉਹ ਬੁੱਕ ਉਹਨਾਂ ਦਾ ਹੀਰਿਆਂ ਦੇ ਨਾਲ ਭਰਿਆ ਹੋਇਆ, ਹੀਰੇ ਮੋਤੀਆਂ ਦੇ ਨਾਲ। ਸੱਚੇ ਪਾਤਸ਼ਾਹ ਮੈਨੂੰ ਹੀਰੇ ਨਹੀਂ ਚਾਹੀਦੇ, ਮੈਂ ਤਾਂ ਸਾਧ ਹਾਂ, ਆ ਮੰਗ ਕੇ ਕੱਪੜੇ ਲੋਕਾਂ ਤੋਂ ਮੈਂ ਪਾਏ ਨੇ, ਹੀਰੇ ਮੋਤੀ ਕਿੱਥੇ ਸੰਭਾਲਦਾ ਫਿਰੂੰਗਾ। ਪੱਲੇ ਕੁਝ ਨਹੀਂ ਬੰਨ੍ਹਦੇ ਪੰਛੀ ਤੇ ਦਰਵੇਸ਼, ਮੈਂ ਨਹੀਂ ਕੁਛ ਪੱਲੇ ਬੰਨਣਾ, ਛਕਣ ਨੂੰ ਹੈ ਕੁਝ ਛਕਾ ਦਿਓ। ਇਹ ਬਚਨ ਸੁਣਦੇ ਸੁਣਦੇ ਸਾਧ ਸੰਗਤ, ਇਹ ਬਚਨ ਸੁਣਦਿਆਂ ਸੁਣਦਿਆਂ ਬੇਬੇ ਨਾਨਕੀ, ਕੀ ਗੱਲ ਹੋ ਗਈ, ਇਹ ਸੰਤ ਕੀ ਮੰਗਦੇ ਆ ਤੇਰੇ ਤੋਂ? ਕਹਿੰਦੇ ਕੀ ਦਸੀਏ ਮਾਤਾ ਜੀ, ਛੋਟਾ ਜਿਹਾ ਬਾਲਕ ਹੈ ਜਿਹੜਾ ਤੁਹਾਡਾ, ਇਹ ਸਾਡੀ ਝੋਲੀ ਹੀਰੇ ਪਾ ਰਿਹਾ ਹੈ, ਹੀਰੇ ਮੋਤੀ ਦੇ ਰਿਹਾ ਹੈ। ਬੇਬੇ ਕਹਿੰਦੀ ਸ਼੍ਰੀ ਚੰਦ ਹੀਰੇ ਕਿੱਥੋਂ ਲੈ ਕੇ ਆਇਆ ਤੂੰ? ਕਹਿੰਦਾ ਬੇਬੇ ਆਓ ਬੋਰੀ ਦੇ ਵਿੱਚ ਪਏ ਨੇ। ਜਦੋਂ ਜਾ ਕੇ ਬੋਰੀ ਵੱਲ ਦੇਖਿਆ, ਬੋਰੀ 'ਚ ਤਾਂ ਛੋਲੇ ਚਣੇ ਪਏ ਹਨ। ਭਗਵਾਨ ਦੇ ਹੱਥ ਵਿੱਚ ਜਿਹੜੀ ਮੁੱਠੀ ਭਰੀ ਉਹ ਹੀਰੇ। ਭਾਵ ਕਹਿਣ ਤੋਂ ਕਿ ਸਾਧੂਆਂ ਦੇ ਕੋਲ ਐਸੀਆਂ ਜੁਗਤੀਆਂ, ਐਸੀਆਂ ਸ਼ਕਤੀਆਂ ਹੁੰਦੀਆਂ ਹਨ, ਉਹ ਤਾਂ ਸਾਧ ਸੰਗਤ ਮਿੱਟੀ ਦੀ ਮੁੱਠੀ ਭਰ ਲੈਣ, ਉਹਨੂੰ ਸੋਨਾ ਬਣਾ ਦਿੰਦੇ ਹਨ। ਐਡੇ ਐਡੇ ਰਾਜੇ ਮਹਾਰਾਜੇ ਝੁਕਦੇ ਐ। ਬਾਦਸ਼ਾਹ ਨੇ ਸਨੇਹਾ ਭੇਜਤਾ, ਜਦ ਪ੍ਰਭਤਾ ਵੱਧਦੀ ਗਈ ਬਹੁਤ ਜ਼ਿਆਦਾ। ਆਓ ਜੀ ਕਿਰਪਾ ਕਰਕੇ ਮੈਂ ਤੁਹਾਡੇ ਦੀਦਾਰ ਕਰਨੇ ਚਾਹੁੰਦਾ,
ਹਾਥੀ ਭੇਜ ਦਿੱਤਾ। ਭਗਵਾਨ ਨੇ ਆਪ ਦੇ ਮੋਢੇ ਤੋਂ ਲੋਈ ਉਤਾਰ ਕੇ ਹਾਥੀ ਤੇ ਰੱਖ ਦਿੱਤੀ। ਹਾਥੀ ਦੀਆਂ ਚੀਕਾਂ ਨਿਕਲ ਗਈਆਂ। ਕਹਿੰਦੇ ਜਿਹੜਾ ਹਾਥੀ ਸਾਡੀ ਲੋਈ ਦਾ ਭਾਰ ਨਹੀਂ ਚੱਕ ਸਕਦਾ, ਸਾਡਾ ਭਾਰ ਕਿੱਥੋਂ ਚੁੱਕ ਲੂਗਾ। ਭਗਵਾਨ ਸ਼੍ਰੀ ਚੰਦ ਮਹਾਰਾਜ ਹੌਲੀ ਥੋੜਾ ਜਿਹਾ ਸਾਧ ਸੰਗਤ, ਭਗਵਾਨ ਦੀ ਮਹਿਮਾ ਕਿੰਨੀ ਕੁ ਕੀਤੀ ਜਾਵੇ। ਭਗਵਾਨ ਦੀ ਮਹਿਮਾ ਚ ਤਾਂ ਆ ਬਚਨ ਕਹਿ ਸਕਦੇ ਹਾਂ, ਜਿਹਵਾ ਇੱਕ ਤੇ ਅਨੇਕਾਂ ਗੁਣ ਤੇਰੇ, ਕਿਹੜੇ ਕਿਹੜੇ ਗਾਵਾਂ ਮਾਲਕਾ ਵੇ। ਜਿਹਵਾ ਇੱਕ ਤੇ ਅਨੇਕਾਂ ਗੁਣ ਤੇਰੇ, ਕਿਹੜੇ ਕਿਹੜੇ ਗਾਵਾਂ ਮਾਲਕਾ। ਇੱਕ ਤੇ ਅਨੇਕਾਂ ਗੁਣ ਤੇਰੇ, ਕਿਹੜੇ ਕਿਹੜੇ ਗਾਵਾਂ ਮਾਲਕਾ। ਸਾਰੇ ਇੱਕ ਤੇ ਅਨੇਕ ਗੁਣ ਤੇਰੇ, ਕਿਹੜੇ ਕਿਹੜੇ ਗਾਵਾਂ ਮਾਲਕਾ। ਇੱਕ ਤੇ ਅਨੇਕਾਂ ਗੁਣ ਤੇਰੇ, ਕਿਹੜੇ ਕਿਹੜੇ ਗਾਵਾਂ ਮਾਲਕਾ। ਅਨੇਕਾਂ ਗੁਣ ਤੇਰੇ, ਇੱਕ ਤੇ ਅਨੇਕਾਂ ਗੁਣ ਤੇਰੇ, ਅਨੇਕਾਂ ਗੁਣ ਤੇਰੇ, ਕਿਹੜੇ ਕਿਹੜੇ ਗਾਵਾਂ ਮਾਲਕਾ। ਜਿਹਵਾ ਇੱਕ ਤੇ ਅਨੇਕਾਂ ਗੁਣ ਤੇਰੇ ਨੇ, ਕਿਹੜੇ ਕਿਹੜੇ ਗਾਵਾਂ ਮਾਲਕਾ। ਇੱਕ ਤੇ ਅਨੇਕਾਂ ਗੁਣ, ਕਿਹੜੇ ਕਿਹੜੇ ਗਾਵਾਂ ਮਾਲਕਾ। ਓ ਜੀਵਾ ਇੱਕ ਤੇ ਅਨੇਕ ਗੁਣ, ਇਹ ਕਿਹੜੇ ਕਿਹੜੇ ਗਾਵਾਂ ਮਾਲਕਾ। ਜੀਵਾ ਇੱਕ ਤੇ ਅਨੇਕਾਂ ਗੁਣ ਤੇਰੇ, ਕਿਹੜੇ ਕਿਹੜੇ ਗਾਵਾਂ। ਕਿਹੜੇ ਕਿਹੜੇ ਗਾਵਾਂ ਮਾਲਕਾ। ਕਿਹੜੇ ਕਿਹੜੇ ਜੀ ਗਾਵਾਂ, ਕਿਹੜੇ ਕਿਹੜੇ ਜੀ ਗਾਵਾਂ ਮਾਲਕਾ। ਕਿਹੜੇ ਕਿਹੜੇ ਜੀ ਗਾਵਾਂ ਮਾਲਕਾ। ਕਿਹੜੇ ਕਿਹੜੇ ਜੀ, ਕਿਹੜੇ ਕਿਹੜੇ ਜੀ ਗਾਵਾਂ ਮਾਲਕਾ। ਕਿਹੜੇ ਕਿਹੜੇ ਗਾਵਾਂ ਮਾਲਕਾ। ਹਾਂਜੀ ਕਿਹੜੇ ਕਿਹੜੇ ਜੀ ਗਾਵਾਂ, ਕਿਹੜੇ ਕਿਹੜੇ ਜੀ ਗਾਵਾਂ ਮਾਲਕਾ। ਇਹ ਕਿਹੜੇ ਕਿਹੜੇ ਜੀ ਹੋ ਗਾਵਾਂ ਮਾਲਕਾ। ਕਿਹੜੇ ਕਿਹੜੇ ਜੀ ਗਾਵਾਂ ਮਾਲਕਾ। ਕਿਹੜੇ ਕਿਹੜੇ ਜੀ ਗਾਵਾਂ ਮਾਲਕਾ। ਕਿਹੜੇ ਕਿਹੜੇ ਜੀ ਗਾਵਾਂ ਮਾਲਕਾ। ਜਿਹਵਾ ਇੱਕ ਤੇ ਅਨੇਕਾਂ ਗੁਣ ਤੇਰੇ, ਅਨੇਕਾਂ ਗੁਣ ਤੇਰੇ, ਅਨੇਕਾਂ ਗੁਣ। ਕਿਹੜੇ ਕਿਹੜੇ ਗਾਵਾਂ ਮਾਲਕਾ। ਜਿਹਵਾ ਇੱਕ ਤੇ ਅਨੇਕਾਂ ਗੁਣ ਤੇਰੇ, ਕਿਹੜੇ ਕਿਹੜੇ ਗਾਵਾਂ ਮਾਲਕਾ। ਇੱਕ ਤੇ ਅਨੇਕ ਗੁਣ ਤੇਰੇ, ਕਿਹੜੇ ਕਿਹੜੇ ਗਾਵਾਂ ਮਾਲਕਾ। ਜੀਵਾ ਇੱਕ ਤੇ ਅਨੇਕ ਗੁਣ, ਇਹ ਕਿਹੜੇ ਇੱਕ ਤੇ ਅਨੇਕਾਂ ਗੁਣ ਤੇਰੇ, ਕਿਹੜੇ ਕਿਹੜੇ ਗਾਵਾਂ ਮਾਲਕਾ। जिह्वा एक कवन गुण कही है,
बेशुमार बेअंत स्वामी तेरो अंत ना किन ही लखे। तेरा अंत पारावार कोई पा ही नहीं सकता। सो भगवान की किन्नी क महिमा की जावे। एक समा वो भी आ गया जदों साहिब श्री गुरु रामदास सच्चे पातशाह आप जियां दे दर्शन दीदार करन टाली साहब आए सन। गुरदासपुर दे विच बड़ा तकड़ा स्थान भगवान दा, उत्थे आए सन जिथे पहला जाके भगवान सजे ना, उत्थों दा एक साध सी जिहदी प्रभुता बड़ी सी पर हंकारी बहुत ज़्यादा सी। उन्हें देखा भगवान इत्थे आके बैठ गए, मेरी प्रभुता बड़ी घट जानी इत्थों। उन्हें 2 अंब, एक अंब ते एक सरोपा दे दिता। आप दे चेले दे कोल एक अंब एक सरोपा भेजता। उन्हें तो भेजा कि तुहानू सरोपा देता, तुसी चले जाओ, तुहाडी इत्थे जरूरत नहीं हैगी। भगवान कोल जाके जदों सेवादार ने मत्था टेकिया, एक अंब एक सरोपा, भगवान समझ गए घट घट के अंतर की जानत भले बुरे की। वो तो सबना दे दिलों दी जानदे है ना। जदों ने सरोपा ते अंब रखिया, भगवान कहंदे असी 2 जाने हाँ, आ कमलिया मेरे नाल मेरा सेवादार, 2 अंब लिया 2 सरोपे लिया, एक अंब नाल साडी गल नहीं बननी। वो आप दे गुरु कोल चलिया गया, महाराज तुहाडा सरोपा प्रवान नहीं किया भगवान श्री चंद ने। वो कहंदे जे देने आ तो 2 अंब दो, 2 सरोपे दो। एक अंब का की मतलब? उन्होंने गुस्सा आ गया। उन्हें तो क्या सी अंब ते सरोपा लैके चलते बननगे, मुड़ के नहीं आउणगे इत्थे। जदों जाके साध संगत चेले ने आप दे गुरु नूं दसिया, गुरु कहंदा उन्हों कह जे अंब खाण दा इन्ना ही शौक है तो आप दा बाग लगा लवे। जे शौक है ना उन्होंने अंब खाण दा, 2 मंगदा आप दा ही ला लवे बाग। मैं तो एक अंब एक सरोपा ही दवांगा। वो चेला बेचारा की करे, आ गया फिर भगवान दे चरणों च। कहंदे भगवान गुरु जी ने कहा जे भगवान श्री चंद नूं अंब खाण दा इन्ना ही शौक है, आप दा अंबां दा बाग ला लवे। कहंदे यही सुनना चाहुंदे सां। भगवान कहंदे श्री चंद महाराज कहंदे यही सुनना चाहुंदे सां। उहदे खड़ियां खड़ियां भगवान ने आ साधुआं कोल हुंदी है ना छिप्पी, अंब पकड़िया, पकड़ के वो छिप्पी दे विच निचोड़ दिता, विच थोड़ा जिहा जल पा के भगवान भाई कमलिए नूं कहंदे जा जाके छिट्टा दिया, 5 किलियां च छिट्टा दिया। वो छिट्टा देण चले गए, विच उहदे गुथली रह गई, पानी सारा छिट्टा दिता गया। जिमें आपां खेत दे विच रिओ दा दिन्ने आ, जां जदों बरसीम बीजदे आपां बरसीम दा पानी दे विच छिट्टा दे दिन्ने आ। वो जिहड़ी गुथली बच गई, भगवान धूने कोल बैठे सी, विच गड्ड दित्ती। कहंदे जा बई सेवादारा कल आ जी, तैनूं कल अंब तोड़ के आप दे बाग चों अंब तोड़ के खिलावांगे, आ जी कल। कहंदा अवलियां ही गल्लां ने साधुआं दियां। पानी दे विचों भी कदे अंब होए ने, पानी दे छट्टियां दे विचों भी कदे अंब होए ने, कल नूं आके जरूर देखांगा। चलिया गया, सारी रात सोचदा रहा कदों अंब बाबे बीजणगे, कदों अंब उगणगे, कदों अंब वड्डे होणगे,
ਕਦੋਂ ਅੰਬਾਂ ਦੇ ਦਰਖਤਾਂ ਨੂੰ ਬੂਰ ਪਵੇਗਾ, ਕਦੋਂ ਫਲ ਲੱਗੇਗਾ, ਕਦੋਂ ਭਗਵਾਨ ਤੋੜ ਤੋੜ ਕੇ ਸਾਨੂੰ ਖਿਲਾਉਣਗੇ। ਕਸ਼ਮਕਸ਼ ਕਰਦਿਆਂ ਰਾਤ ਗੁਜ਼ਰ ਗਈ। ਸਵੇਰ ਹੋਈ, ਇਸ਼ਨਾਨ ਪਾਨ ਕੀਤਾ, ਆਪਦੇ ਗੁਰੂ ਕੋਲੇ ਨਹੀਂ ਗਿਆ, ਭਗਵਾਨ ਸ਼੍ਰੀ ਚੰਦ ਵੱਲ ਚਲਿਆ ਗਿਆ। ਸਾਧ ਸੰਗਤ ਜਾ ਕੇ ਕੀ ਦੇਖਦਾ? 5 ਕਿੱਲਿਆਂ ਦੇ ਵਿੱਚ ਜਿੱਥੇ ਕੱਲ ਪਾਣੀ ਦਾ ਛਿੱਟਾ ਦਿੱਤਾ ਸੀ, ਅੰਬ ਨਿਚੋੜ ਕੇ 5 ਕਿੱਲਿਆਂ ਦੇ ਵਿੱਚ ਉੱਥੇ ਅੰਬਾਂ ਦੇ ਦਰਖਤ, ਅੰਬਾਂ ਦੇ ਬਾਗ ਲੱਗੇ ਨੇ। ਆਖੋ ਜਿਹੜੇ ਐਸੇ ਸਾਧੂ ਹੁੰਦੇ ਨੇ ਨਾ, ਐਸੇ, ਉਹਨਾਂ ਨੂੰ ਪਤਾ ਕੀ ਕਹੀਦਾ? ਹੋ ਰਹੀ ਹੈ ਤੇਰੀ ਜੈ ਜੈਕਾਰ, ਹੋ ਰਹੀ ਹੈ ਤੇਰੀ ਜੈ ਜੈਕਾਰ, ਹੋ ਰਹੀ ਹੈ ਤੇਰੀ ਜੈ ਹੋ ਰਹੀ ਹੈ ਜੀ ਤੇਰੀ ਜੈ ਜੈਕਾਰ, ਹੋ ਰਹੀ ਹੈ ਤੇਰੀ ਜੈ ਜੈਕਾਰ, ਹੋ ਰਹੀ ਹੈ ਜੈ ਜੈਕਾਰ, ਜੈ ਜੈ, ਓ ਜੈ ਜੈਕਾਰ, ਜੈ ਜੈਕਾਰ, ਜੈ ਜੈਕਾਰ, ਜੈ ਜੈ, ਹਾਂਜੀ ਜੈ ਜੈਕਾਰ, ਜੈਕਾਰ। ਜੈ ਜੈਕਾਰ, ਹੋ ਰਹੀ ਹੈ ਤੇਰੀ ਜੈ ਜੈ, ਹੋ ਰਹੀ ਹੈ ਤੇਰੀ ਜੈ ਜੈਕਾਰ, 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 ਹੋ ਰਹੀ ਹੈ ਤੇਰੀ ਜੈ ਜੈਕਾਰ। ਕਿੰਨੀ ਕੁ ਮਹਿਮਾ ਕੀਤੀ ਜਾਵੇ, ਕਿੰਨੀ ਕੁ ਉਸਤਤ ਕੀਤੀ ਜਾਵੇ, ਸਾਰੀ ਜ਼ਿੰਦਗੀ ਲੱਗ ਸਕਦੀ ਹੈ। ਭਗਵਾਨ ਦੀ ਮਹਿਮਾ ਕਰਦਿਆਂ ਕਰਦਿਆਂ ਜੀਵਨ ਮੁੱਕ ਜਾਏਗਾ, ਜੀਵਨ ਖਤਮ ਹੋ ਜਾਏਗਾ, ਪਰ ਭਗਵਾਨ ਦੀ ਮਹਿਮਾ ਨਹੀਂ ਮੁੱਕ ਸਕਦੀ। ਸਾਧ ਸੰਗਤ ਅੱਜ ਇੱਕ ਸ਼ਾਮੂ ਨਾਮ ਦਾ ਸੇਵਾਦਾਰ ਸਾਹਿਬ ਸ੍ਰੀ ਗੁਰੂ ਹਰਿਰਾਏ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਉਂਦਾ ਹੈ। ਛੋਟਾ ਜਿਹਾ ਬਾਲਕਾ ਹੈ। ਸਤਿਗੁਰੂ ਬਹੁਤ ਵੱਡੀ ਅਵਸਥਾ ਦੇ ਮਾਲਕ ਹਨ। ਸਤਿਗੁਰਾਂ ਦੇ ਚਰਨ ਕਮਲਾਂ ਦੇ ਵਿੱਚੋਂ ਨਾਮ ਦੀਆਂ ਦਾਤਾਂ ਲਈਆਂ ਹਨ। ਅਨੇਕਾਂ ਪਾਠ ਜਪਜੀ ਸਾਹਿਬ ਦੇ ਕਰਦਾ ਹੈ। ਸੇਵਾ ਕਰਦਿਆਂ ਕਰਦਿਆਂ ਕਰਦਿਆਂ, ਨਾਮ ਜਪਦਿਆਂ ਜਪਦਿਆਂ ਇੱਕ ਦਿਨ ਮਨ ਵਿੱਚ ਸੰਕਲਪ ਆ ਗਿਆ। ਜਿਵੇਂ ਅਸੀਂ ਮਹਾਂਪੁਰਸ਼ਾਂ ਦੇ ਨਾਲ ਇੱਧਰ ਬੈਠੇ ਜਲ ਪਾਣੀ ਛਕ ਰਹੇ ਸਾਂ, ਉੱਥੇ ਮੇਰੇ ਖਿਆਲ ਵਿੱਚ ਇਹ ਪ੍ਰਮਾਣ ਆਇਆ। ਉੱਥੇ ਇੱਕ ਬੱਚਾ ਬੇਨਤੀ ਕਰ ਰਿਹਾ ਸੀ, 10ਵੀਂ ਸੰਗਰਾਂਦ ਮੱਸਿਆ ਪੁੰਨਿਆ ਇਹ ਕਿਉਂ ਮਨਾਈਆਂ ਜਾਂਦੀਆਂ ਹਨ, ਕਿਉਂ ਮਨਾਉਣੀ ਜ਼ਰੂਰੀ ਹੈ। ਵੈਸੇ ਤਾਂ ਸਾਧ ਸੰਗਤ ਜਦੋਂ ਅਸੀਂ ਸਿੱਖ ਬਣ ਗਏ ਨਾ, ਸਾਨੂੰ ਸਵਾਲ ਕਰਨ ਦਾ ਹੁਕਮ ਹੀ ਨਹੀਂ ਹੈਗਾ। ਪਹਿਲੇ ਨੰਬਰ ਤੇ ਜੇ ਤੁਸੀਂ ਡਾਕਟਰ ਬਣਨਾ ਹੈ, ਇੰਜੀਨੀਅਰ ਬਣਨਾ ਹੈ, ਵਿਗਿਆਨੀ ਬਣਨਾ ਹੈ, ਫਿਰ ਤੁਹਾਨੂੰ ਕਹਿਣਾ ਪਵੇਗਾ ਕਿਉਂ, ਕਿਵੇਂ, ਕਿੱਥੇ, ਮੈਂ ਨਹੀਂ ਮੰਨਦਾ। ਜੇ ਤੁਸੀਂ ਵਿਗਿਆਨੀ ਬਣਨਾ ਹੈ, ਫਿਰ ਤੁਹਾਨੂੰ ਕਹਿਣਾ ਹੀ ਪਵੇਗਾ ਕਿਉਂ, ਮੈਂ ਨਹੀਂ ਮੰਨਦਾ, ਕਿੱਥੇ ਆ, ਇਹ ਚੀਜ਼ ਹੋ ਹੀ ਨਹੀਂ ਸਕਦੀ। ਪਰ ਜੇ ਸਾਧ ਸੰਗਤ ਤੁਸੀਂ ਮਹਾਂਪੁਰਸ਼ ਬਣਨਾ ਹੈ ਨਾ, ਸਤ ਸੰਗੀ ਬਣਦੇ ਹੋ, ਵਾਹਿਗੁਰੂ ਜੀ ਦੀਆਂ ਖੁਸ਼ੀਆਂ ਲੈਣੀਆਂ ਚਾਹੁੰਦੇ ਹੋ, ਤਾਂ ਤੁਹਾਨੂੰ ਸਤ ਵਚਨ ਕਹਿਣਾ ਪਏਗਾ।
ਹੋਰ ਤਾਂ ਹੋਰ ਤੁਸੀਂ ਅਸੀਂ ਵੀ ਆਪਾਂ ਆਪਣੀਆਂ ਭੈਣਾਂ ਦੇ ਬੇਟੀਆਂ ਦੇ ਵਿਆਹ ਕਰਦੇ ਹਾਂ। ਆਪਾਂ ਬੇਟੀ ਨੂੰ ਕੀ ਸਮਝਾਉਂਦੇ ਆ, ਬੇਟਾ ਜਵਾਨ ਨਾ ਲੜਾਈ, ਉੱਥੇ ਜਾ ਕੇ ਸੱਸ ਸਹੁਰੇ ਦਾ ਕਹਿਣਾ ਮੰਨੀ, ਆਗਿਆ ਵਿੱਚ ਚੱਲੀਦਾ ਹੁੰਦਾ ਹੈ। ਜੇ ਤੂੰ ਘਰ ਬਸਾਉਣਾ ਚਾਹੁੰਦੀ ਹੈ ਤਾਂ ਮੈਂ ਮੇਰੀ ਨਹੀਂ ਕਰਨੀ ਹੁੰਦੀ, ਆਗਿਆ ਦੇ ਵਿੱਚ ਚੱਲ ਕੇ ਨਿਮਰਤਾ ਵਾਲਾ ਜੀਵਨ ਬਤੀਤ ਕਰਨਾ ਹੁੰਦਾ। ਇੱਥੇ ਕੁਛ ਧਰ ਦਿਓ। ਜਦੋਂ ਸਾਧ ਸੰਗਤ ਅਸੀਂ ਆਪਣੀ ਬੇਟੀ ਨੂੰ ਇਹ ਸਿੱਖਿਆ ਦਿੰਦੇ ਹਾਂ, ਫਿਰ ਜਦੋਂ ਅਸੀਂ ਅਧਿਆਤਮਕ ਦੇ ਮਾਰਗ ਤੇ ਚੱਲਣਾ ਹੁੰਦਾ ਹੈ, ਉਦੋਂ ਅਸੀਂ ਕੀ ਕਵਾਂਗੇ? ਜਦੋਂ ਅਸੀਂ ਵਾਹਿਗੁਰੂ ਨੂੰ ਪਾਉਣਾ, ਉਹ ਤਾਂ ਸੰਸਾਰੀ ਪਤੀ ਨੂੰ ਪਾਉਣ ਵਾਸਤੇ ਸਾਨੂੰ ਸਤ ਵਚਨ ਕਹਿਣਾ ਪੈਂਦਾ ਹੈ। ਪਰ ਜੇ ਅਸੀਂ ਅਕਾਲ ਪੁਰਖ ਵਾਹਿਗੁਰੂ ਨੂੰ ਪਾਉਣਾ ਹੋਵੇ, ਫਿਰ ਕਿਤਨਾ ਸਤ ਵਚਨ ਕਹਿਣਾ ਪਏਗਾ। ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਕਹਿੰਦੇ ਹੁੰਦੇ, ਪੱਬਾ ਭਲਾ ਜੀ, ਪੱਬਾ ਭੁੱਲਾ ਜੀ, ਪੱਬਾ ਭਾਣਾ ਜੀ। 3 ਪੱਬਿਆਂ ਦੀ ਪੜ੍ਹਾਈ ਪੜ੍ਹੇਗਾ ਤਾਂ ਕੁਛ ਪ੍ਰਾਪਤ ਕਰੇਗਾ। ਜੇ ਸਵਾਲ ਹੀ ਕਰੀ ਗਿਆ ਫਿਰ ਤੈਨੂੰ ਕੀ ਪ੍ਰਾਪਤੀ ਹੋਣੀ ਹੈ? ਐਵੇਂ ਕਿਵੇਂ ਮਨ ਦੇ ਵਿੱਚ ਸਵਾਲ ਬੜੇ ਆਉਂਦੇ ਨੇ। ਸਾਧ ਸੰਗਤ, ਜੇ ਤੁਸੀਂ ਬਾਣੀ ਪੜ੍ਹਦੇ ਜਾਓਗੇ ਨਾ ਤਾਂ ਇਹ ਸੰਸ਼ੇ ਅਤੇ ਸ਼ੰਕੇ ਨਿਵਰਤ ਹੁੰਦੇ ਜਾਣਗੇ। ਪੁੱਛਣ ਦੀ ਲੋੜ ਨਹੀਂ, ਬਾਣੀ ਪੜ੍ਹਨੀ ਨਹੀਂ, ਸਵਾਲ ਤੇ ਸਵਾਲ ਕਰੀ ਜਾਣੇ। ਕਿੰਨੇ ਲੋਕ ਨੇ, ਦੇਖੋ ਮਸ਼ਕੀਨ ਸਾਹਿਬ ਨੂੰ ਹੋਇਆਂ ਨੂੰ ਕਿੰਨੇ ਸਾਲ ਹੋ ਗਏ। ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ, ਧੰਨ ਧੰਨ ਸੰਤ ਬਾਬਾ ਅਤਰ ਸਿੰਘ ਮਹਾਰਾਜ, ਕਿੰਨੇ ਸਾਲ ਹੋ ਗਏ। ਉਹਨਾਂ ਮਹਾਪੁਰਸ਼ਾਂ ਨੂੰ ਵੀ ਇਹੀ ਸਵਾਲ ਸੀ ਕਰਦੀ ਦੁਨੀਆ, ਅਸੀਂ ਨਿਤਨੇਮ ਕਰਦੇ ਹਾਂ, ਸਾਡਾ ਮਨ ਨਹੀਂ ਲੱਗਦਾ। ਤੇ ਹੁਣ ਸਾਨੂੰ ਵੀ ਸੰਗਤ ਇਹੀ ਕਹੀ ਜਾਂਦੀ ਹੈ। ਕੀ ਸਰੀਰ ਦੇ ਵਿੱਚ ਫਰਕ ਪਿਆ, ਕੀ ਮਨੋਦਸ਼ਾ ਵਿੱਚ ਫਰਕ ਪਿਆ? ਇੰਨੇ ਸਾਲਾਂ ਤੋਂ ਸਾਧੂ ਦੱਸਦੇ ਆਉਂਦੇ ਹਨ ਕਿਵੇਂ ਅਵਸਥਾ ਨੂੰ ਉੱਚੀ ਕਰਨਾ, ਕਿਵੇਂ ਪਰਮੇਸ਼ਰ ਦੇ ਨਾਲ ਜੋੜਨਾ। ਇੰਨੇ ਸਾਲਾਂ ਦੇ ਪੁੱਛੀ ਜਾ ਰਹੇ ਆ, ਕਮਾਈ ਅਸੀਂ ਕਰਦੇ ਨਹੀਂ। ਐਵੇਂ ਕਿਵੇਂ? ਇਹ ਜੋ ਸ਼ਾਮੂ ਨਾਮ ਦਾ ਸੇਵਾਦਾਰ ਸੀ, ਇਹਦੇ ਮਨ ਵਿੱਚ ਖਿਆਲ ਆਇਆ, ਮੈਂ ਰੋਜ਼ ਸਤਿਗੁਰਾਂ ਕੋਲ ਜਾਣਾ, ਕਿਉਂ ਨਾ ਮੈਂ ਜਾ ਕੇ ਬੇਨਤੀ ਕਰਾਂ, ਆਜੋ ਮੈਂ ਪੰਗਤੀ ਪੜ੍ਹਨਾ। ਕਿਵ ਕੂੜਾ ਟੁੱਟੈ ਪਾਲ, ਕਿਵ ਸਚਿਆਰਾ ਹੋਈਐ, ਕਿਵ ਕੂੜਾ ਟੁੱਟੈ ਪਾਲ। ਤੁਸੀਂ ਵੀ ਕਈ ਵਾਰ ਬਾਣੀ ਪੜ੍ਹਦੇ ਹੋ, ਤੁਹਾਡੇ ਮਨ 'ਚ ਸਵਾਲ ਆਉਂਦੇ ਨੇ। ਤੁਸੀਂ ਸਤਿਗੁਰਾਂ ਨੂੰ ਹੀ ਕਿਹਾ ਕਰੋ ਕਿ ਸਾਡੇ ਮਨ 'ਚ ਸਵਾਲ ਨਾ ਆਉਣ। ਜੇ ਆ ਗਏ ਤਾਂ ਸਤਿਗੁਰੂ ਤੁਹਾਡੀ ਬਾਣੀ ਦੇ ਨਾਲ ਹੀ ਨਿਵਰਤ ਹੋ ਜਾਣ। ਸਤਿਗੁਰੂ ਤੋਂ ਵੱਡਾ ਸਾਡਾ ਕੋਈ ਸੇਵਾਦਾਰ, ਸਾਡੇ ਮਨ ਨੂੰ ਸੁਧਾਰਨ ਵਾਲਾ, ਸਾਡਾ ਮਨ ਨਾਲੋਂ ਵੱਡਾ ਸੇਵਾਦਾਰ ਕੋਈ ਨਹੀਂ। ਗੁਰੂ ਦੀ ਮੱਤ ਲੈ ਕੇ ਇਸ ਮਨ ਨੂੰ ਗੁਰੂ ਦਾ ਸੇਵਾਦਾਰ ਬਣਾ ਕੇ ਇਸ ਮਨ ਦੇ ਰਾਹੀਂ ਜੀਵਨ ਨੂੰ ਸ਼ਿੰਗਾਰਨ ਦਾ ਪ੍ਰਯਤਨ ਕਰਨਾ ਚਾਹੀਦਾ ਹੈ। ਹੁਣ ਜਦੋਂ ਮਨ ਵਿੱਚ ਸੰਕਲਪ ਲੈ ਕੇ ਆ ਗਿਆ, ਕਿਵ ਸਚਿਆਰਾ ਹੋਈ ਹੈ, ਕਿਵ। ਇਹ ਸਚਿਆਰਾ ਕੀ ਹੁੰਦਾ ਹੈ? ਸੋਚਦਾ ਸਚਿਆਰਾ ਕੀ ਹੁੰਦਾ ਹੈ? ਮਨ ਵਿੱਚ ਸੰਕਲਪ ਲੈ ਕੇ ਸਤਿਗੁਰਾਂ ਦੇ ਕੋਲੇ ਆ ਗਿਆ। ਸਾਰਾ ਦਿਨ ਦਰਸ਼ਨ ਦੀਦਾਰ ਕੀਤੇ, ਸੇਵਾ ਕੀਤੀ, ਸੰਗਤਾਂ ਦੇ ਵਿੱਚ ਵਿਚਰਦਾ ਰਿਹਾ। ਸਮਾਂ ਲੰਘਦਾ ਗਿਆ, ਭੁੱਲ ਗਿਆ ਕਿ ਮੈਂ ਸਵਾਲ ਕਰਨਾ ਸੀ ਸਤਿਗੁਰਾਂ ਨੂੰ। ਜਾਣ ਲੱਗਿਆ, ਪ੍ਰਸ਼ਾਦ ਲਿਆ, ਨਮਸਕਾਰ ਕੀਤੀ। ਜਦੋਂ ਤੁਰ ਪਿਆ, ਸਤਿਗੁਰਾਂ ਦੇ ਦੀਦਾਰ ਕਰਕੇ ਤਾਂ ਸੰਸਾ ਸ਼ੰਕਾ ਰਹਿੰਦਾ ਹੀ ਨਹੀਂ ਹੁੰਦਾ ਕੋਈ। ਜਦੋਂ ਇਹ ਚੱਲ ਪਿਆ ਤਾਂ ਸਾਧ ਸੰਗਤ ਦੇ ਮਗਰੋਂ ਸਤਿਗੁਰਾਂ ਨੇ ਆਵਾਜ਼ ਮਾਰੀ, ਸ਼ਾਮੂ। ਹਾਂ ਮਹਾਰਾਜ ਜੀ।
ਤੇਰੇ ਮਨ 'ਚ ਸਵਾਲ ਸੀ ਸਚਿਆਰਾ ਕੌਣ ਹੁੰਦਾ ਹੈ। ਤੇਰੇ ਮਨ ਵਿੱਚ ਇੱਕ ਬਾਰ-ਬਾਰ ਸਵਾਲ ਉੱਠਦਾ, ਸਚਿਆਰਾ ਕੀ ਹੁੰਦਾ ਹੈ, ਸਚਿਆਰ ਕਿਵੇਂ ਹੋਈਦਾ ਹੈ। ਹਾਂ ਮਹਾਰਾਜ, ਮੇਰੇ ਮਨ ਵਿੱਚ ਆਉਂਦਾ ਹੈ ਸਵਾਲ ਮੁੜ ਮੁੜ ਕੇ, ਮੇਰੇ ਮਨ 'ਚ ਆਉਂਦੀ ਹੈ ਇਹ ਗੱਲ, ਸਚਿਆਰਾ ਕੀ ਹੁੰਦਾ ਹੈ। ਸਤਿਗੁਰੂ ਕਹਿੰਦੇ ਆ ਜਾ ਮੇਰੇ ਕੋਲੇ। ਕੋਲ ਬਿਠਾ ਲਿਆ, ਸਿਰ ਤੇ ਹੱਥ ਰੱਖ ਕੇ ਕਹਿੰਦੇ ਸਚਿਆਰਾ ਦੇ ਅਰਥ ਗਿਆਨੀ ਬਣਨ ਵਾਸਤੇ ਪੁੱਛਣੇ ਐ ਕਿ ਖੁਦ ਸਚਿਆਰ ਹੋਣ ਵਾਸਤੇ ਪੁੱਛਣੇ ਐ। ਦੋ ਗੱਲਾਂ ਨੇ, ਤੁਸੀਂ ਧਿਆਨ ਦੇ ਰਹੇ ਹੋ ਨਾ। ਤੂੰ ਸਚਿਆਰਾ ਦੇ ਅਰਥ ਗਿਆਨੀ ਬਣਨ ਵਾਸਤੇ ਪੁੱਛਣੇ ਐ ਜਾਂ ਖੁਦ ਸਚਿਆਰਾ ਬਣਨਾ ਚਾਹੁੰਦਾ। ਆਪਾਂ ਸੰਤਾਂ ਦੀ ਸੰਗਤ ਕਰਦੇ ਆਂ, ਜਾ ਕੇ ਨਮਸਕਾਰ ਕਰਕੇ ਮੁੜੇ ਆਉਂਦੇ ਆਂ। ਸਾਧ ਸੰਗਤ ਕਦੇ ਸੋਚਿਆ ਇਹ ਸੰਤ ਕਿਉਂ, ਕਦੋਂ ਤੋਂ, ਕਿੰਨੀ ਕੁ ਭਗਤੀ, ਕਿੰਨੇ ਜਨਮਾਂ ਦੀ ਭਗਤੀ। ਸੰਤਾਂ ਦਾ ਸਰੀਰ ਵੀ ਸਾਡੇ ਵਾਂਗੂ ਪੰਜ ਤੱਤ ਦਾ ਹੀ ਹੁੰਦਾ ਹੈ, ਫਿਰ ਸੰਤਾਂ ਨੂੰ ਨਮਸਕਾਰਾਂ ਕਿਉਂ। ਸਾਡੇ ਘਰੇ ਸਵੇਰ ਤੋਂ ਹੀ ਲੜਾਈ ਸ਼ੁਰੂ ਹੋ ਜਾਂਦੀ ਹੈ। ਚਾਹ ਦੇ ਗਲਾਸ ਪਿੱਛੇ ਲੜਾਈ, ਰੋਟੀ ਪਿੱਛੇ ਲੜਾਈ, ਦਾਲ ਸਬਜ਼ੀ 'ਚ ਨੂਣ ਮਿਰਚ ਘੱਟ ਵੱਧ ਹੈ ਲੜਾਈ, ਚਾਹ 'ਚ ਮਿੱਠਾ ਪਾਇਆ ਨਹੀਂ ਪਾਇਆ ਲੜਾਈ, ਡੰਗਰ ਅੰਦਰ ਬਾਹਰ ਕਰਨ ਦੀ ਲੜਾਈ। ਸਾਡੀ ਸਵੇਰ ਤੋਂ ਸ਼ਾਮ ਤੱਕ ਲੜਾਈ। ਤੇ ਮਹਾਂਪੁਰਖਾਂ ਦੇ ਦਰਸ਼ਨ ਕਰਕੇ ਸਾਡਾ ਮਨ ਸ਼ਾਂਤ ਹੁੰਦਾ ਹੈ। ਕਿਹੜਾ ਐਸਾ ਤੱਤ ਹੈ ਉਹਨਾਂ ਦੇ ਵਿੱਚ ਜਿਹੜਾ ਮਹਾਂਪੁਰਸ਼ ਨੇ ਤੇ ਅਸੀਂ ਕਲਯੁਗੀ ਜੀਵ ਹਾਂ। ਕਦੇ ਖਿਆਲ ਕਰਿਓ। ਇਹੀ ਬੇਨਤੀ ਕਰ ਰਹੇ ਹਨ ਭਾਈ ਸ਼ਾਮੂ ਜੀ। ਕਈ ਇੱਕ ਇਹ ਦੋ ਤਿੰਨ ਜਿਹੜੇ ਤੁਹਾਨੂੰ ਸੁਣਾਏ ਨੇ, ਇੰਨੀ ਨਹੀਂ, ਬਹੁਤ ਗੁਰਸਿੱਖ ਐਸੇ ਪਏ ਨੇ ਜਿਨ੍ਹਾਂ ਦਾ ਇਤਿਹਾਸਕਾਰਾਂ ਨੇ ਬਹੁਤਾ ਪ੍ਰਚਾਰ ਹੀ ਨਹੀਂ ਕੀਤਾ। ਉਹ ਕਿਤਾਬਾਂ 'ਚ ਹੀ ਪਏ ਰਹਿ ਗਏ। ਵਿਦਵਾਨਾਂ ਨੇ ਵੀ ਇਹਨੇ ਇਹਨੂੰ ਸੁਣਿਆ ਅੱਗੇ ਸੁਣਾਤਾ, ਇਹਨੇ ਇਹਨੂੰ ਸੁਣਿਆ ਉਹਨੇ ਅੱਗੇ ਸੁਣਾਤਾ। ਖੋਜ ਨਹੀਂ ਕੀਤੀ, ਪੜ੍ਹਾਈ ਨਹੀਂ ਕੀਤੀ। ਕੌਣ ਪੜ੍ਹਾਈ ਕਰੇ? ਜੇ WhatsApp Facebook ਤੋਂ ਵੇਲ ਮਿਲੇ ਤਾਂ ਵਿਚਾਰੇ ਪੜ੍ਹਾਈ ਕਰਨ। ਇੰਨੇ ਹੀ ਪੰਗਿਆਂ ਤੋਂ ਵੇਲ ਨਹੀਂ ਮਿਲਦੀ ਕਿ ਪੜ੍ਹਨਾ ਕਿਹਨੇ ਹੈ। ਹੁਣ ਸੁਣਿਓ ਇਸ ਵਿਦਵਾਨ, ਜੋ ਵਿਦਵਾਨ ਸੱਜਣ ਨੇ ਲਿਖਿਆ ਭਾਈ ਸ਼ਾਮੂ ਜੀ ਬਾਰੇ, ਸਾਡੇ ਵਾਸਤੇ ਜ਼ਰੂਰੀ ਸ਼ਬਦ ਹੈ। ਹੁਣ ਕਹਿਣ ਲੱਗੇ ਸਤਿਗੁਰੂ ਤੂੰ ਗਿਆਨੀ ਬਣਨਾ, ਤੂੰ ਗਿਆਨ ਪ੍ਰਾਪਤ ਕਰਨਾ, ਤੂੰ ਅਖਰੀ ਗਿਆਨ ਲੈਣਾ ਚਾਹੁੰਦਾ। ਹੱਥ ਜੋੜ ਕੇ ਕਹਿੰਦਾ ਨਾ ਮਹਾਰਾਜ, ਅਖਰੀ ਗਿਆਨ ਨਹੀਂ ਲੈਣਾ। ਹੁਣ ਜੇ ਮੇਰੇ ਕੋਲ ਅਖਰੀ ਗਿਆਨ ਹੋਊਗਾ, ਅਖਰੀ ਗਿਆਨ ਵਾਲਿਆਂ ਦਾ ਪਤਾ ਕੀ ਹੁੰਦਾ, ਉਹਨੇ ਬੜੇ ਸੁੰਦਰ ਵਸਤਰ ਪਾਏ ਹੋਣਗੇ, ਬੜੇ ਵਧੀਆ। ਉਹਨੇ ਸਿੱਖ ਲੈਣਾ ਵੀ ਗੁਰੂ ਨਾਨਕ ਦੇਵ ਜੀ ਦੇ ਨਾਨਾ ਨਾਨੀ ਦਾ ਨਾਂ ਕੀ ਹੈ। ਸਾਡੇ ਵਰਗੇ ਜਿਹੜੇ ਵਿਚਾਰੇ ਨਾਰਮਲ ਹੋਣਗੇ, ਉਹਨਾਂ ਨੂੰ ਕਹੂਗਾ ਗੱਲ ਸੁਣ ਓਏ, ਗੁਰੂ ਨਾਨਕ ਦੇ ਨਾਨੇ ਦਾ ਨਾਂ ਦੱਸ। ਮੇਰੇ ਵਰਗਾ ਡਰ ਜੂ ਵਿਚਾਰਾ ਵੀ ਯਾਰ ਨਾਨੇ ਦਾ ਨਾਂ ਤਾਂ ਕਦੇ ਪੜ੍ਹਿਆ ਹੀ ਨਹੀਂ, ਨਾਨੇ ਦਾ ਨਾਂ ਕੀ ਹੋਇਆ। ਕਿਤੇ ਹੋਇਆ ਇੱਕ ਅੱਧੀ ਵਾਰ ਪੜ੍ਹ ਲਿਆ ਭੁੱਲ ਗਏ। ਅਸੀਂ ਫਿਰ ਉਹ ਤੋਂ ਡਰ ਕੇ ਪਰੇ ਨੂੰ ਹੋ ਕੇ ਰਵਾਂਗੇ ਵੀ ਚਾਰ ਬੰਦਿਆਂ 'ਚ ਕਿਤੇ ਨਾਂ ਨਾ ਪੁੱਛ ਲਵੇ। ਜੇ ਸਾਤੋਂ ਜਵਾਬ ਨਾ ਦਿੱਤਾ ਗਿਆ, ਉਹ ਆਪਦੇ ਨੰਬਰ ਬਣਾ ਲੂਗਾ ਵੀ ਮੈਨੂੰ ਨਾਨਾ ਨਾਨੀ ਦਾ ਨਾਂ ਪਤਾ। ਤੇ ਇਹ ਸੰਤ ਬਣੇ ਫਿਰਦੇ ਨੇ, ਇਹਨਾਂ ਨੂੰ ਨਾਨਾ ਨਾਨੀ ਦਾ ਨਾਂ ਹੀ ਨਹੀਂ ਪਤਾ। ਅਖਰੀ ਗਿਆਨ ਵਾਲਿਆਂ ਨੇ 5-4 ਚੀਜ਼ਾਂ ਦੇ ਰੱਟੇ ਲਾਏ ਹੁੰਦੇ ਨੇ। ਦੂਜਿਆਂ ਨੂੰ ਡਰਾਉਣ ਵਾਕਿਓ ਬਾਬਾ ਜੀ ਸੱਚ ਹੈ ਨਾ, ਦੂਜਿਆਂ ਨੂੰ ਡਰਾਉਣ ਵਾਸਤੇ ਕਿ ਮੈਂ ਇਹਨਾਂ ਨੂੰ ਔਖੀਆਂ ਔਖੀਆਂ ਇੱਕ ਦੋ ਗੱਲਾਂ ਪੁੱਛ ਲਵਾਂ, ਇਹ ਮੇਰੇ ਤੋਂ ਡਰ ਕੇ ਰਹਿਣਗੇ, ਭੈ ਭੀਤ ਹੋ ਕੇ ਰਹਿਣਗੇ। ਗ੍ਰੰਥ ਨਹੀਂ ਪੜ੍ਹਦੇ, ਮਿਹਨਤ ਨਹੀਂ ਕਰਦੇ। ਅੱਖਾਂ 'ਚ ਬੈਰਾਗ ਦਾ ਜਲ ਆ ਗਿਆ। ਭਾਈ ਸ਼ਾਮੂ ਜੀ, ਸੱਚੇ ਪਾਤਸ਼ਾਹ ਮੈਂ ਵਿਦਵਾਨ ਨਹੀਂ ਬਣਨਾ, ਮੈਂ ਅੱਖਰਾਂ ਦੇ ਅਰਥ ਨਹੀਂ ਸਿੱਖਣੇ। ਓਹੋ, ਮੈਨੂੰ ਪ੍ਰੇਮ ਦਿਓ, ਪ੍ਰੇਮਾ ਭਗਤੀ। ਕਿਹੜੀ ਪ੍ਰੇਮਾ ਭਗਤੀ? ਤੁਸੀਂ ਕਈ ਰਾਗੀ ਕੀਰਤਨ ਕਰਦੇ ਸੁਣੇ ਹੋਣਗੇ।
ਜਦੋਂ ਕੀਰਤਨ ਕਰਨਗੇ ਇੰਨਾ ਰੋਂਦੇ ਐ, ਇੰਨਾ ਬੈਰਾਗ ਕਰਦੇ ਐ, ਬਾਅਦ ਚ ਉਹਨਾਂ ਨੂੰ ਕੀਰਤਨ ਦੀ ਭੇਟਾ ਨਾ ਦੋ, ਫਿਰ ਪਤਾ ਲੱਗ ਜੂ ਕਿੰਨਾ ਕਰੋਂਦੇ ਐ। ਆਖੋ ਸਤਨਾਮ। ਬੜਾ ਰੋਂਦੇ ਐ, ਬੜਾ ਬੈਰਾਗ ਕਰਦੇ ਐ। ਤੁਸੀਂ ਵੀ ਦੇਖੇ ਹੋਣਗੇ, ਅਸੀਂ ਵੀ ਦੇਖੇ ਨੇ। ਇਹ ਕੋਈ ਮਨ ਘੜਤ ਗੱਲ ਨਹੀਂ। ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਪਾਂਤ ਕਰ, ਨਹੀਂ ਹਰ ਘਰ ਭੀਜੈ। ਉਹਨਾਂ ਦੇ ਅੰਦਰ ਕਪਟ ਵੀ ਹੈ, ਵਿਕਾਰ ਵੀ ਹੈ। ਤਿਨਾ ਅੰਤਰ ਕਪਟ ਵਿਕਾਰ ਹੈ, ਤਿਨਾ ਰੋਏ ਕਿਆ ਕੀਜੈ। ਸਤਿਗੁਰਾਂ ਦੀ ਬਾਣੀ ਸ਼ਾਮੂ ਪਤਾ ਕੀ ਕਹਿੰਦਾ ਹੈ? ਤੈਨੂੰ ਰਾਗੀ ਨਾਦੀ ਬੇਦੀ ਸਾਰੇ ਗਾਉਂਦੇ ਐ। ਗਾਉਂਦੇ ਤੈਨੂੰ ਬਹੁਤ ਨੇ, ਪਰ ਮੈਂ ਗਾਉਣਾ ਨਹੀਂ। ਭਿੱਜਦਾ ਨੀ ਪ੍ਰੇਮ ਤੋਂ ਬਿਨਾ, ਤੈਨੂੰ ਰਾਗੀ ਨਾਦੀ ਬੇਦੀ ਸਾਰੇ ਗਾਉਂਦੇ। ਭਿੱਜਦਾ ਨੀ ਪ੍ਰੇਮ ਤੋਂ ਬਿਨਾ, ਤੈਨੂੰ ਰਾਗੀ ਨਾਦੀ ਬੇਦੀ ਸਾਰੇ ਗਾਉਂਦੇ ਆ। ਭਿੱਜਦਾ ਨੀ ਨਾਮ ਤੋਂ ਬਿਨਾ, ਗੱਜ ਕੇ ਤੈਨੂੰ ਗੱਜ ਕੇ ਰਾਗੀ ਨਾਦੀ ਬੇਦੀ ਸਾਰੇ ਗਾਉਂਦੇ ਆ। ਭਿੱਜਦਾ ਨੀ ਨਾਮ ਤੋਂ ਬਿਨਾ। ਇੰਨਾ ਗੱਜ ਕੇ ਮੈਨੂੰ ਤਾਂ ਸੁਣਦਾ ਨਹੀਂ। ਹੁਣ ਤਾਂ ਬਹੁਤ ਦਿਨ ਹੋ ਗਏ ਭਾਈ। ਸੁਣਿਆ ਨਹੀਂ। ਬਾਬਾ ਜੀ ਤਾਂ ਕਹਿੰਦੇ, ਸੰਗਤ ਕਹਿੰਦੀ ਇੱਕ ਦੀਵਾਨ ਹੋਰ ਲਾਓ। ਸੰਗਤ ਤਾਂ ਥੱਕ ਗਈ ਭਾਈ। ਤੁਸੀਂ ਤਾਂ ਬੋਲਦੇ ਨਹੀਂ ਧਾਰਨਾ ਦੇ ਵਿੱਚ। ਤੁਸੀਂ ਜਰਾ ਸਾਥ ਤਾਂ ਦਿਓ। ਮੈਂ ਬਾਬਾ ਜੀ ਦੇ ਕਹੇ ਤੇ ਦੀਵਾਨ ਤਾਂ ਦੇਤਾ, ਪਰ ਤੁਸੀਂ ਸਾਥ ਨਹੀਂ ਦੇ ਰਹੇ। ਸਾਥ ਦਿਓ, ਸਾਥ, ਫਿਰ ਪਤਾ ਲੱਗੇਗਾ ਕਿ ਤੁਸੀਂ ਮੰਗ ਕੇ ਦੀਵਾਨ ਲਿਆ। ਰਾਗੀ ਨਾਦੀ ਬੇਦੀ ਸਾਰੇ ਗਾਉਂਦੇ ਐ ਜੀ, ਬੇਦੀ ਸਾਰੇ। ਅਜੇ ਵੀ ਘਾਟਾ। ਇੱਜਦਾ ਨੀ ਪ੍ਰੇਮ ਤੋਂ, ਤੈਨੂੰ ਰਾਗੀ ਨਾਦੀ, ਤੈਨੂੰ ਰਾਗੀ ਨਾਦੀ, ਤੈਨੂੰ ਰਾਗੀ ਨਾਦੀ ਬੇਦੀ ਸਾਰੇ ਗਾਉਂਦੇ। ਭਿੱਜਦਾ ਨੀ ਪ੍ਰੇਮ ਤੋਂ ਬਿਨਾ, ਤੈਨੂੰ ਰਾਗੀ ਨਾਦੀ ਬੇਦੀ ਸਾਰੇ ਗਾਉਂਦੇ ਆ। ਭਿੱਜਦਾ ਨੀ ਨਾਮ ਤੋਂ ਬਿਨਾ, ਤੈਨੂੰ ਰਾਗੀ ਨਾਦੀ ਬੇਦੀ ਸਾਰੇ ਗਾਉਂਦੇ ਆ। ਰਾਗੀ ਨਾਦੀ ਬੇਦੀ ਸਾਰੇ ਮੇਰੇ ਪਿਆਰੇ ਭਿੱਜਦਾ ਨੀ ਪ੍ਰੇਮ, ਮੇਰੇ ਪਿਆਰੇ ਭਿੱਜਦਾ ਨੀ ਪ੍ਰੇਮ ਤੋਂ ਬਿਨਾ। ਮੇਰੇ ਪਿਆਰੇ ਭਿੱਜਦਾ ਨੀ ਪ੍ਰੇਮ ਤੋਂ ਬਿਨਾ। ਮੇਰੇ ਪਿਆਰੇ ਭਿੱਜਦਾ ਨੀ ਪ੍ਰੇਮ ਤੋਂ ਬਿਨਾ। ਮੇਰੇ ਪਿਆਰੇ ਬਈ ਭਿੱਜਦਾ ਨੀ ਪ੍ਰੇਮ ਤੋਂ। ਤੈਨੂੰ ਰਾਗੀ ਨਾਦੀ ਬੇਦੀ ਸਾਰੇ, ਜੀ ਬੇਦੀ ਸਾਰੇ। ਭਿੱਜਦਾ ਨੀ ਪ੍ਰੇਮ ਤੋਂ ਬਿਨਾ, ਤੈਨੂੰ ਰਾਗੀ ਨਾਦੀ ਬੇਦੀ ਸਾਰੇ ਗਾਉਂਦੇ। ਭਿੱਜਦਾ ਨਾ ਪ੍ਰੇਮ ਤੋਂ ਬਿਨਾ, ਤੈਨੂੰ ਰਾਗੀ ਨਾਦੀ ਬੇਦੀ ਸਾਰੇ ਗਾਉਂਦੇ ਆ। ਭਿੱਜਦਾ ਨੀ ਪ੍ਰੇਮ ਤੋਂ, ਤੈਨੂੰ ਰਾਗੀ ਨਾਦੀ ਬੇਦੀ ਸਾਰੇ ਗਾਉਂਦੇ ਆ। ਭਿੱਜਦਾ ਨੀ ਪ੍ਰੇਮ ਤੋਂ ਬਿਨਾ, ਭਿੱਜਦਾ ਨੀ ਪ੍ਰੇਮ ਤੋਂ ਬਿਨਾ। ਤੈਨੂੰ ਰਾਗੀ
ਰਾਗੀਆਂ ਦੀ ਬੇਦੀ ਸਾਰੇ ਗਾਉਂਦੇ ਐ ਉਹ ਪੁੱਛਦਾਨੀ ਪ੍ਰੇਮ ਤੋਂ ਬਿਨਾ। ਮਹਾਰਾਜ ਮੈਨੂੰ ਅੱਖਰਾਂ ਦਾ ਗਿਆਨ ਨਹੀਂ ਚਾਹੀਦਾ, ਕਿਰਪਾ ਕਰਕੇ ਮੈਨੂੰ ਸਚਿਆਰਾ ਅਵਸਥਾ ਪ੍ਰਦਾਨ ਕਰ ਦਿਓ। ਜਿਹੜੀ ਸਚਿਆਰਾ ਅਵਸਥਾ ਹੁੰਦੀ ਹੈ ਨਾ, ਮੈਨੂੰ ਉਹ ਦਿਓ। ਸੱਚੇ ਪਾਤਸ਼ਾਹ ਜੀ ਨੇ ਸਿਰ ਤੇ ਹੱਥ ਰੱਖਿਆ, ਇੰਨੀ ਕੁ ਕਿਰਪਾ ਕਰ ਦਿੱਤੀ, ਰਸਨਾ ਦੇ ਵਿੱਚ ਸ਼ਕਤੀ ਦੇ ਦਿੱਤੀ, ਆਉਣ ਵਾਲੇ ਸਮੇਂ ਦਾ ਗਿਆਨ ਕਰਵਾਤਾ, ਪਾਪ ਕਰਮ ਖਤਮ ਕਰ ਦਿੱਤੇ। ਜਿਹੜੀ ਉਹਨਾਂ ਦੀ ਸਪਿਰਚੁਅਲ ਅਵਸਥਾ ਸੀ ਨਾ, ਇੰਨੀ ਕੁ ਉੱਚੀ ਕਰ ਦਿੱਤੀ, ਦੁੱਖ ਸੁੱਖ ਤੋਂ ਮੁਕਤ ਹੋ ਗਏ ਆਪ ਜੀ। ਹੁਣ ਆਪ ਜੀ ਨਨਕਾਣਾ ਸਾਹਿਬ ਦੇ ਲਾਗੇ ਉੱਥੋਂ ਦੇ ਰਹਿਣ ਵਾਲੇ ਹਨ, ਉੱਥੇ ਪ੍ਰਚਾਰ ਕਰਦੇ ਹਨ, ਸੰਗਤਾਂ ਆਉਂਦੀਆਂ, ਭਜਨ ਸਿਮਰਨ ਦੀ ਦਾਤ ਲੈਂਦੀਆਂ, ਪਰਮੇਸ਼ਰ ਦੇ ਨਾਲ ਜੁੜਦੀਆਂ। ਸਮਾਂ ਲੰਘਦਾ ਗਿਆ, ਇਹ ਛੋਟੇ ਹੁੰਦਿਆਂ ਨੂੰ 6-7 ਸਾਲ ਦੀ ਉਮਰ ਦੇ ਵਿੱਚ ਹੀ ਦਾਤ ਮਿਲ ਗਈ। ਉਮਰ ਲੰਮੇਰੀ ਹੁੰਦੀ ਗਈ। ਇੱਧਰ 7ਵੇਂ 8ਵੇਂ 9ਵੇਂ ਪਾਤਸ਼ਾਹ ਆਪਣਾ ਚੋਲਾ ਬਦਲ ਗਏ। ਹੁਣ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਸਾਹਿਬ ਦੇ ਵਿੱਚ ਸੰਗਤਾਂ ਨੂੰ ਤਾਰ ਰਹੇ ਹਨ। ਔਰ ਇੱਧਰ ਭਾਈ ਸ਼ਾਮੂ ਜੀ, ਸ਼ਾਮੂ ਸਚਿਆਰ ਸ਼ਬਦ ਲਿਖਿਆ। ਭਾਈ ਸ਼ਾਮੂ ਸਚਿਆਰ ਜੀ ਆਪ ਦੇ ਅਸਥਾਨ ਤੇ ਰਹਿੰਦੇ ਹਨ, ਸੰਗਤਾਂ ਦਾ ਭਲਾ ਕਰਦੇ ਹਨ। ਵੱਡੇ ਤੋਂ ਵੱਡਾ ਦੁਖੀ ਆ ਜਾਏ, ਗਰੀਬ ਆ ਜਾਏ, ਮਜ਼ਲੂਮ ਆ ਜਾਏ, ਦੁਖੀਆਂ ਦੇ ਦੁੱਖ ਕੱਟਦੇ ਹਨ, ਨਾਮ ਜਪਾ ਕੇ ਭਜਨ ਦੇ ਨਾਲ ਜੋੜਦੇ ਹਨ, ਗਰੀਬੀ ਕੱਟਦੇ ਹਨ, ਸਭੇ ਦੁੱਖਾਂ ਦਾ ਨਾਸ਼ ਕਰਦੇ ਹਨ। ਅੱਜ ਇੱਕ ਮਾਤਾ ਜਿਸ ਦਾ ਬਾਲਕ 8 ਸਾਲ ਦਾ ਸੀ, ਬਹੁਤ ਬਿਮਾਰ ਹੋ ਗਿਆ। ਜਿਵੇਂ ਆਪਾਂ ਸਾਧੂ ਸੰਤਾਂ ਕੋ ਲੈ ਕੇ ਆਉਨੇ ਆ, ਕਿਰਪਾ ਕਰੋ ਜੀ, ਉਹ ਥੋੜੇ ਦਾ ਬਹਾਨਾ ਲਾ ਲਓ, ਚਾਹੇ ਮੋਰ ਦੇ ਖੰਭਾਂ ਦਾ ਬਹਾਨਾ ਲਾ ਲਓ, ਉਹ ਆਪਣੀ ਸ਼ਕਤੀ ਦੇ ਨਾਲ ਠੀਕ ਕਰਦੇ ਹਨ। ਜੋ ਭਜਨ ਹੈ, ਬੰਦਗੀ ਹੈ, ਨਾਮ ਹੈ, ਉਹ ਆਪਣੀ ਭਗਤੀ ਦੇ ਨਾਲ ਠੀਕ ਕਰ ਦਿੰਦੇ ਹਨ। ਐਵੇਂ ਕਿਵੇਂ ਉਹ ਬਾਲਕ ਨੂੰ ਲੈ ਕੇ ਆ ਗਈ ਮਹਾਰਾਜ। ਭਾਈ ਸ਼ਾਮੂ ਸਚਿਆਰ ਜੀ ਪਾਵਨ ਚਰਨਾਂ 'ਚ ਬੇਨਤੀ ਹੈ, ਆ ਜਿਹੜਾ ਮੇਰਾ ਬਾਲਕ ਹੈ ਨਾ, ਬਹੁਤ ਬਿਮਾਰ ਹੈ, ਬੜੀਆਂ ਗੋਲੀਆਂ ਵੱਟੀਆਂ ਦਿੱਤੀਆਂ, ਇਸ ਨੂੰ ਠੀਕ ਨਹੀਂ ਹੋਇਆ। ਬੜੇ ਵੈਦਾਂ ਦੇ ਕੋਲ ਵੀ ਮੈਂ ਲੈ ਕੇ ਗਈ ਹਾਂ, ਹਕੀਮਾਂ ਦੇ ਪਾਸ, ਬੁਖਾਰ ਹੀ ਨਹੀਂ ਉਤਰਦਾ। ਉਹ ਕਹਿਣ ਲੱਗੇ, ਲਿਆ ਦੇਖੀਏ ਇਸ ਨੂੰ। ਸਿਰ ਤੇ ਹੱਥ ਰੱਖਿਆ, ਮਾੜੇ ਕਰਮ ਪਾਪ ਕਰਮ ਕੱਟ ਦਿੱਤੇ, ਜਾਪ ਦੇ ਦਿੱਤਾ। ਜਪਜੀ ਸਾਹਿਬ ਦਾ ਪਾਠ ਕਰਿਆ ਕਰੋ, ਇਹਨੂੰ ਯਾਦ ਕਰਾਓ ਮੂੰਹ ਜਵਾਨੀ, ਬਾਏ ਹਾਰਟ ਜਪਜੀ ਸਾਹਿਬ ਦਾ ਪਾਠ ਕਰੇ। ਘਰੇ ਲੈ ਗਈ, 1 2 3 ਦਿਨਾਂ 'ਚ ਬੱਚਾ ਠੀਕ ਹੋ ਗਿਆ। ਪਾਠ ਕਰਨਾ ਸ਼ੁਰੂ ਕਰ ਦਿੱਤਾ ਜਪਜੀ ਸਾਹਿਬ ਦਾ। 1 1 2 2 ਦਿਨ ਕਰਕੇ ਸਾਧ ਸੰਗਤੋਂ ਨੇ ਜਪਜੀ ਸਾਹਿਬ ਦਾ ਪਾਠ ਯਾਦ ਕਰ ਲਿਆ। 3.5 ਮਹੀਨੇ ਬਾਅਦ ਉਹ ਬੱਚਾ ਫੇਰ ਬਿਮਾਰ ਹੋ ਗਿਆ। ਫੇਰ ਭਾਈ ਸਾਹਿਬ ਦੇ ਕੋਲ ਲੈ ਕੇ ਆ ਗਈ। ਮਰਜ ਫੇਰ ਬੜੀਆਂ ਦਵਾਈਆਂ ਦਵਾ ਦਿੱਤੀਆਂ, ਇਹ ਫੇਰ ਨਹੀਂ ਠੀਕ ਹੁੰਦਾ, ਕਿਰਪਾ ਕਰਕੇ ਇਸ ਨੂੰ ਠੀਕ ਕਰ ਦਿਓ। ਕਹਿੰਦੇ ਹੈ ਤਾਂ ਮੁਸ਼ਕਲ, ਪਰ ਅਸੀਂ ਇਸ ਨੂੰ ਠੀਕ ਕਰ ਦਿੰਦੇ ਹਾਂ। ਸਾਧ ਸੰਗਤ ਕੋਲ ਬਿਠਾਇਆ, ਸਿਰ ਤੇ ਹੱਥ ਰੱਖਿਆ, ਭਜਨ ਪਾਠ ਕੀਤਾ। ਜਨਮ ਜਨਮ ਕੇ ਦੁੱਖ ਨਿਵਾਰੈ, ਸੂਕਾ ਮਨ ਸਾਧਾਰੈ, ਦਰਸ਼ਨ ਭੇਟਤ ਹੋਤ ਨਿਕਾਲਾ, ਹਰ ਕਾ ਨਾਮ ਵਿਚਾਰੈ, ਮੇਰਾ ਬੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਨਾਮ ਜਪਿਆ, ਭਜਨ ਕੀਤਾ, ਬੰਦਗੀ ਕੀਤੀ। ਕਹਿੰਦੇ ਕਸ਼ਟ ਵੱਡਾ ਹੈ ਇਹਦੇ ਤੇ। ਜਪਜੀ ਸਾਹਿਬ ਤਾਂ ਯਾਦ ਹੋ ਗਿਆ, ਇਹਨੂੰ ਸੁਖਮਨੀ ਸਾਹਿਬ ਯਾਦ ਕਰਾਓ, ਕਸ਼ਟ ਜ਼ਿਆਦੇ ਹੈ।
ਪ੍ਰੋਬਲਮ ਜ਼ਿਆਦੇ ਹੈ। ਹੁਣ ਜਦੋਂ ਪ੍ਰੇਮ ਦੇ ਨਾਲ ਸਮਝਾਤਾ, ਬੱਚੇ ਨੂੰ ਘਰੇ ਲੈ ਗਈ ਮਾਂ, ਬੱਚੇ ਨੂੰ ਜਾਪ ਕਰਾਉਣਾ ਸ਼ੁਰੂ ਕਰ ਦਿੱਤਾ ਸੁਖਮਨੀ ਸਾਹਿਬ ਦਾ। ਸਾਧ ਸੰਗਤ 3.5 ਮਹੀਨੇ ਬਾਅਦ ਫਿਰ ਬਿਮਾਰ ਹੋ ਗਿਆ, ਬਹੁਤ ਬਿਮਾਰ ਹੋ ਗਿਆ। ਜਦੋਂ ਭਾਈ ਸ਼ਾਮੂ ਜੀ ਦੇ ਕੋਲ ਮਾਤਾ ਲੈ ਕੇ ਆ ਗਈ, ਭਾਈ ਸਾਹਿਬ ਕਹਿੰਦੇ ਹੁਣ ਮੇਰੇ ਤੋਂ ਠੀਕ ਨਹੀਂ ਹੋ ਸਕਦਾ। ਸਚਿਆਰ ਸ਼ਬਦ ਦੇ ਅਸੀਂ ਅਰਥ ਕਰ ਰਹੇ ਹਾਂ। ਭਾਈ ਸਾਹਿਬ ਕਹਿੰਦੇ ਮੇਰੇ ਤੋਂ ਇਹ ਠੀਕ ਨਹੀਂ ਹੋ ਸਕਦਾ ਭਾਈ। ਹੁਣ ਮਾਂ ਰੋਂਦੀ ਹੈ, ਬੈਰਾਗ ਵਿੱਚ ਹੈ। ਸਾਨੂੰ ਜਿਹੜੇ ਸਾਧੂ ਸੰਤਾਂ ਤੇ ਮਾਣ ਹੈ, ਜੇ ਉਹ ਸਾਨੂੰ ਕਹਿ ਦੇਣ ਵੀ ਮੇਰੇ ਤੋਂ ਤੁਹਾਡਾ ਕੰਮ ਹੋ ਨਹੀਂ ਸਕਦਾ ਭਾਈ, ਮੈਂ ਤੁਹਾਡੀ ਅਰਦਾਸ ਨਹੀਂ ਕਰ ਸਕਦਾ, ਤੁਸੀਂ ਕਿਤੇ ਹੋਰ ਚਲੇ ਜਾਓ, ਤੁਹਾਨੂੰ ਤਾਂ ਇਉਂ ਲੱਗੇਗਾ ਕਿ ਸਾਡਾ ਸੰਸਾਰ ਹੀ ਉੱਜੜ ਗਿਆ। ਜਿਹੜੇ ਮਹਾਪੁਰਸ਼ ਦੀ ਸੰਗਤ ਕਰਦੇ ਆ, ਉਹਨਾਂ ਨੂੰ ਰੱਬ ਮੰਨਦੇ ਆ, ਕੱਲਾ ਕੱਲਾ ਬਚਨ ਮੰਨਦੇ ਆ, ਦਾਨ ਦਸਵੰਧ ਦਿੰਦੇ ਹਾਂ, ਤੇ ਮਹਾਪੁਰਸ਼ ਕਹਿ ਦੇਣ ਵੀ ਦਿਸ ਇਜ਼ ਆਊਟ ਆਫ ਮਾਈ ਕੰਟਰੋਲ, ਮੈਂ ਤੁਹਾਡੀ ਕੋਈ ਮਦਦ ਨਹੀਂ ਕਰ ਸਕਦਾ, ਇਹ ਮੇਰੇ ਕੰਟਰੋਲ ਤੋਂ ਬਾਹਰ ਹੈ। ਉਹ ਕਹਿੰਦੇ ਮਹਾਰਾਜ ਜੀ ਕਿਉਂ ਬਾਹਰ ਹੈ? ਕਹਿੰਦੇ ਜੀ ਅਸੀਂ ਤੁਹਾਨੂੰ ਦੱਸਣਾ ਤਾਂ ਨਹੀਂ ਚਾਹੁੰਦੇ। ਭਾਈ ਸ਼ਾਮੂ ਕਹਿਣ ਲੱਗੇ ਪਰ ਇਸ ਬੱਚੇ ਦੀ ਉਮਰ ਖਤਮ ਹੋ ਚੁੱਕੀ ਹੈ, ਹੁਣ ਇਹ ਬੱਚੇ ਦੀ ਮੌਤ ਹੋ ਜਾਣੀ ਹੈ, ਮੈਂ ਕੋਈ ਮਦਦ ਨਹੀਂ ਕਰ ਸਕਦਾ ਤੁਹਾਡੀ। ਹੁਣ ਜਿਹੜੀ ਮਾਂ ਨੂੰ ਪਤਾ ਹੋਵੇ 8 ਸਾਲ ਦਾ ਮੇਰਾ ਪੁੱਤਰ ਹੈ, 8.5 ਸਾਲ ਦਾ ਹੋ ਗਿਆ, ਇਹਨੇ ਮਰ ਜਾਣਾ, ਤਾਂ ਸਾਧ ਸੰਗਤ ਉਸ ਮਾਂ ਦਾ ਦਿਲ ਪੁੱਛਿਆ ਜਾਣੀਏ। ਕਈ ਲੋਕ ਰੱਬ ਨਾਲ ਲੜਦੇ ਆ, ਇਦੋਂ ਤਾਂ ਦਿੰਦਾ ਹੀ ਨਾ ਜੇ ਲੈ ਕੇ ਜਾਣਾ। ਤੁਸੀਂ ਸੁਣੀਆਂ ਨੇ ਨਾ ਗੱਲਾਂ, ਇਦੋਂ ਤਾਂ ਤੂੰ ਦਿੰਦਾ ਹੀ ਨਾ ਜੇ ਲੈ ਕੇ ਜਾਣਾ ਸੀ, ਜੇ ਨਹੀਂ ਦਿੰਦਾ ਤਾਂ ਵੀ ਰੱਬ ਦੇ ਨਾਲ ਲੜਾਈ, ਜੇ ਦੇ ਦਿੱਤਾ ਤਾਂ ਵੀ ਰੱਬ ਦੇ ਨਾਲ ਲੜਾਈ, ਜੇ ਰੱਬ ਨੂੰ ਵਾਪਸ ਲੈ ਕੇ ਜਾ ਰਿਹਾ ਹੈ ਤਾਂ ਵੀ ਰੱਬ ਦੇ ਨਾਲ ਲੜਾਈ। ਮਾਂ ਕੀ ਕਹਿੰਦੀ ਹੈ? ਮਾਂ ਭਾਈ ਸ਼ਾਮੂ ਜੀ ਨੂੰ ਕਹਿੰਦੀ ਹੈ, ਗੂਗੇ ਪੇੜ ਕੇ ਰੋਂਦੀਆਂ ਮਾਮਾ, ਸੌਖੇ ਨਹੀਂ ਹੁੰਦੇ ਪੁੱਤ ਤੋਰਨੇ। ਗੂਗੇ ਪੇੜ ਕੇ ਰੋਂਦੀਆਂ ਮਾਮਾ, ਸੌਖੇ ਨਹੀਂ ਹੁੰਦੇ ਪੁੱਤ ਤੋਰਨੇ। ਰੋਂਦੀਆਂ ਮਾਂ, ਸੌਖੇ ਨਹੀਂ ਹੁੰਦੇ ਪੁੱਤ ਤੋਰਨੇ। ਬੂਹੇ ਪੇੜ ਕੇ ਰੋਂਦੀਆਂ ਮਾਂ, ਸੌਖੇ ਨਹੀਂ ਹੁੰਦੇ ਤੋਰਨੇ। ਸੌਖੇ ਨਹੀਂ ਉਹ ਪੁੱਤ ਤੋਰਨੇ। ਪੇੜ ਕੇ ਰੋਂਦੀਆਂ ਮਾਂ ਰੋਂਦੀਆਂ, ਸੌਖੇ ਨਹੀਂ ਹੁੰਦੇ ਪੁੱਤ ਤੋਰਨੇ। ਬੂਗੇ ਪੇੜ ਕੇ ਰੋਂਦੀਆਂ ਮਾਮਾ, ਸੌਖੇ ਨਹੀਂ ਹੁੰਦੇ ਪੁੱਤ ਤੋਰਨੇ। ਬੂਹੇ ਪੇੜ ਕੇ ਰੋਂਦੀਆਂ ਮਾਂ, ਸੌਖੇ ਨਹੀਂ ਹੁੰਦੇ ਪੁੱਤ ਪੇੜ ਕੇ ਰੋਂਦੀਆਂ ਮਾਂ, ਸੌਖੇ ਨਹੀਂ ਹੁੰਦੇ ਪੁੱਤ ਤੋਰਨੇ। ਪੇੜ ਕੇ ਰੋਂਦੀਆਂ ਮਾਂ, ਸੌਖੇ ਨਹੀਂ ਉਹ ਪੁੱਤ ਤੋਰਨੇ। ਬੂਹੇ ਪੇੜ ਕੇ ਰੋਂਦੀਆਂ ਮਾਂ, ਸੌਖੇ ਨਹੀਂ ਪੁੱਤ ਤੋਰਨੇ। ਮਨ ਅੰਤਾਂ ਦੇ ਬੈਰਾਗ ਵਿੱਚ ਆ ਗਿਆ। ਮਹਾਰਾਜ ਇਹ ਕੀ ਭਾਣਾ ਵਰਤਾਤਾ, ਇਹ ਕੀ ਹੁਕਮ ਕਰ ਦਿੱਤਾ ਤੁਸੀਂ ਮਹਾਰਾਜ? ਰੋਂਦੀ ਰੋਂਦੀ ਭਾਈ ਸ਼ਾਮੂ ਜੀ ਦੇ ਸਥਾਨ ਤੋਂ ਘਰ ਨੂੰ ਵਾਪਸ ਆ ਗਈ। ਘਰੇ ਆ ਕੇ ਆਪਦੇ ਰਿਸ਼ਤੇਦਾਰਾਂ ਨੂੰ ਬੁਲਾਉਣਾ ਸ਼ੁਰੂ ਕਰ ਦਿੱਤਾ।
ਸਾਧ ਸੰਗਤ ਜੀ ਆਂਡੀਆਂ ਗਮਾਂਡੀਆਂ ਨੂੰ ਦੱਸਣਾ ਸ਼ੁਰੂ ਕਰ ਦਿੱਤਾ। ਅੰਤਾਂ ਦੇ ਬੈਰਾਗ ਵਿੱਚ ਹੈਗਾ, ਮੇਰੇ ਪੁੱਤ ਨੇ ਤੁਰ ਜਾਣਾ ਹੈ, 8 ਸਾਲਾਂ ਦਾ ਮੇਰਾ ਪੁੱਤਰ ਹੈ, ਚੜ੍ਹਾਈ ਕਰ ਜਾਏਗਾ। ਵਿੱਚ ਤੁਹਾਡੇ ਵਰਗੇ ਸਿਆਣੇ ਸੱਜਣ ਸਨ, ਉਹ ਵੀ ਤਾਂ ਭਾਈ ਸਾਹਿਬ ਦੀ ਸੰਗਤ ਕਰਦੇ ਸਨ, ਮਹਾਂਪੁਰਸ਼ਾਂ ਦੀ। ਉਹ ਕਹਿੰਦੇ ਜਦੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਵੀ ਤੇਰਾ ਬੱਚਾ ਉਮਰ ਪੂਰੀ ਕਰ ਚੁੱਕਿਆ ਹੈ, ਚੜ੍ਹਾਈ ਕਰਨ ਵਾਲਾ ਹੈ, ਮ੍ਰਿਤਿੂ ਨੂੰ ਪ੍ਰਾਪਤ ਹੋ ਜਾਣਾ ਹੈ, ਜ਼ਰੂਰ ਉਹਨਾਂ ਦੇ ਕੋਲ ਇੱਕ ਤਰੀਕਾ ਹੋਵੇਗਾ ਤੇਰੇ ਪੁੱਤ ਨੂੰ ਬਚਾਉਣ ਦਾ। ਸਾਧੂਆਂ ਕੋਲ ਜੁਗਤੀਆਂ ਹੁੰਦੀਆਂ ਨੇ, ਉਹਨਾਂ ਨੇ ਤੇਰੇ ਤੇ ਪੇਪਰ ਪਾਇਆ ਹੋਵੇਗਾ ਵੀ ਤੂੰ ਮੋੜ ਕੇ ਪੁੱਛਦੀ ਹੈ ਕਿ ਨਹੀਂ, ਅੱਗੇ ਕੀ ਹੋਵੇਗਾ। ਹੁਣ ਤੂੰ ਚੁੱਪ ਕਰਕੇ ਵਾਪਸ ਆ ਗਈ ਵੀ ਮੇਰੇ ਪੁੱਤ ਨੇ ਤੇ ਚੜ੍ਹਾਈ ਕਰ ਜਾਣੇ, ਚਲੋ ਜਾ ਕੇ ਮੌਤ ਦੀ ਉਡੀਕ ਕਰੀਏ। ਤੂੰ ਉਹਨਾਂ ਨੂੰ ਪੁੱਛਿਆ ਕਿ ਇਹਦਾ ਇਲਾਜ ਕੀ ਹੋ ਸਕਦਾ ਹੈ, ਜਾਂ ਉਹਨਾਂ ਨੇ ਜਵਾਬ ਦੇ ਦਿੱਤਾ ਕਿ ਦੁਨੀਆ ਤੇ ਇਹਦਾ ਕੋਈ ਇਲਾਜ ਹੀ ਹੈ ਨਹੀਂ। ਕਹਿੰਦੀ ਮੈਂ ਨਹੀਂ ਪੁੱਛੀ ਇਹ ਗੱਲ, ਮੈਨੂੰ ਨਹੀਂ ਪਤਾ ਇਸ ਗੱਲ ਦਾ। ਮੈਨੂੰ ਉਹਨਾਂ ਨੇ ਕਹਿਤਾ ਤੇਰੇ ਪੁੱਤ ਦੀ ਮੌਤ ਜਿੱਦਣ ਇਹ 9 ਸਾਲ ਦਾ ਹੋ ਗਿਆ, ਮੌਤ ਪੱਕੀ ਹੈ, ਇਹਨੂੰ ਕੋਈ ਬਚਾ ਨਹੀਂ ਸਕਦਾ, ਇਹਨੇ ਮਰ ਜਾਣਾ, ਮੇਰੇ ਵੱਸ ਤੋਂ ਬਾਹਰ ਹੈ। ਇੰਨੀ ਗੱਲ ਕਹਿਤੀ ਮੈਨੂੰ। ਕਹਿੰਦੇ ਐਂ ਕਰ, ਇੱਕ ਵਾਰੀ ਫੇਰ ਜਾ ਉਹਨਾਂ ਦੇ ਕੋਲੇ। ਅਸੀਂ ਤਾਂ ਸਾਧ ਸੰਗਤ ਮੁੜ ਕੇ ਜਾਂਦੇ ਨਹੀਂ। ਜਿਹੜੇ ਸਾਧੂ ਸੰਤਾਂ ਨਾਲ ਪਿਆਰ ਹੈ, ਜਿਨ੍ਹਾਂ ਨੇ ਵੱਡੇ ਵੱਡੇ ਦੁੱਖ ਕੱਟ ਤੇ ਸਾਡੇ, ਜਦੋਂ ਸਾਡੇ ਕੋਲ 4 ਪੈਸੇ ਆ ਗਏ ਅਸੀਂ ਕਹਿੰਦੇ ਅਸੀਂ ਤਾਂ ਜੀ ਸੰਤਾਂ ਨੂੰ ਮੰਨਦੇ ਹੀ ਨਹੀਂ, ਸੰਤ ਬਥੇਰੇ ਤੁਰੇ ਫਿਰਦੇ ਆ, ਕਈ ਬੂਬਨਾ ਸ਼ਬਦ ਵਰਤਦੇ ਆ, ਅਸੀਂ ਨਹੀਂ ਜਾਂਦੇ ਸਾਧਾਂ ਕੋਲ। ਤੇ ਜਦੋਂ ਸਾਧ ਸੰਗਤ ਜਵਾਕ 8 ਵਾਰੀ ਆਈਲੈਟਸ ਵਿੱਚੋਂ ਫੇਲ ਹੋ ਗਿਆ ਸੀ, ਉਦੋਂ ਲੰਮੇ ਪੈ ਪੈ ਮੱਥੇ ਟੇਕਦੇ ਸੀ। ਜਦੋਂ ਸਾਧ ਸੰਗਤ ਜੀ ਜਵਾਕ ਤੋਂ 10ਵੀਂ ਜਮਾਤ ਨਹੀਂ ਸੀ ਨਿਕਲਦੀ, ਉਦੋਂ ਕਹਿੰਦੇ ਸੀ ਸਵਾਦ ਹੀ ਚੁਟਕੀ ਹੋਈ ਦੇ ਦਿਓ ਮਹਾਰਾਜ, ਆ ਕਲਮਾਂ ਨੂੰ ਹੀ ਹੱਥ ਲਾ ਦਿਓ ਮਹਾਰਾਜ। ਤੇ ਜਦੋਂ ਬੱਚਾ ਚਲਿਆ ਗਿਆ ਕੈਨੇਡਾ, ਕਹਿੰਦਾ ਜੀ ਰੱਬ ਕੀ ਹੁੰਦਾ, ਮੈਂ ਤਾਂ ਮੰਨਦਾ ਨਹੀਂ ਰੱਬ ਨੂੰ, ਅਸੀਂ ਤਾਂ ਜੀ ਰੱਬ ਨੂੰ ਮੰਨਦੇ ਨਹੀਂ, ਅਸੀਂ ਤਾਂ ਇਕੱਲਾ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ। ਜਦੋਂ ਪ੍ਰੋਬਲਮ ਸੀ ਉਦੋਂ ਲੰਮੇ ਪੈ ਪੈ ਡੰਡੌਤਾਂ ਕਰਦੇ ਸੀ, ਜਦੋਂ ਕਾਰਜ ਸਿੱਧੀ ਹੋ ਗਈ ਕਹਿੰਦਾ ਅਸੀਂ ਸੰਤਾਂ ਨੂੰ ਹੀ ਨਹੀਂ ਮੰਨਦੇ। ਸੰਗਤ ਨੇ ਸਮਝਾਇਆ ਤੂੰ ਜਾ ਉਹਨਾਂ ਦੇ ਕੋਲੇ ਵਾਪਸ, ਬੇਨਤੀ ਕਰ ਉਹਨਾਂ ਨੂੰ, ਜ਼ਰੂਰ ਕੋਈ ਤਰੀਕਾ ਹੋਵੇਗਾ, ਤੈਨੂੰ ਤੇਰੇ ਪੁੱਤਰ ਨੂੰ ਬਚਾਉਣ ਦਾ ਤਰੀਕਾ ਦੱਸਣਗੇ ਜ਼ਰੂਰ। ਫੇਰ ਚਲੀ ਗਈ। ਕਹਿੰਦੇ ਤੂੰ ਭਾਈ ਫੇਰ ਆ ਗਈ, ਤੈਨੂੰ ਦੱਸ ਤਾਂ ਦਿੱਤਾ ਸੀ ਭਾਈ ਸ਼ਾਮੂ ਜੀ, ਭਾਈ ਸ਼ਾਮੂ ਸਚਿਆਰ ਜੀ। ਕਹਿੰਦੀ ਮਹਾਰਾਜ ਤੁਹਾਨੂੰ ਪਤਾ ਮੇਰੇ ਪੁੱਤਰ ਨੇ ਕਦੋਂ ਚੜ੍ਹਾਈ ਕਰਨਾ? ਕਹਿੰਦੇ ਹਾਂ, ਜਿੱਦਣ ਇਹਦਾ 9ਵਾਂ ਸਾਲ ਸ਼ੁਰੂ ਹੋ ਗਿਆ ਨਾ, ਜਿੱਦਣ ਇਹਦਾ ਜਨਮ ਦਿਨ ਮਨਾਵੇਂਗੀ ਉਦਣ ਇਹਦੀ ਮੌਤ ਹੋ ਜਾਣੀ ਹੈ, ਇਹਨੇ ਬਚਣਾ ਨਹੀਂ, ਮਰ ਜਾਵੇਗਾ। ਕਹਿੰਦੀ ਫਿਰ ਤੁਸੀਂ ਕਿਰਪਾ ਕਰੋ, ਅਸੀਂ ਤੁਹਾਡੇ ਚਰਨਾਂ ਨਾਲ ਜੁੜੇ ਹਾਂ, ਤੁਸੀਂ ਜਪ ਜੀ ਕਿਹਾ, ਅਸੀਂ ਜਪ ਜੀ ਯਾਦ ਕਰਾਤੀ, ਤੁਸੀਂ ਸੁਖਮਨੀ ਸਾਹਿਬ ਕਿਹਾ, ਅਸੀਂ ਜਵਾਨੀ ਯਾਦ ਕਰਾਤੀ, ਹੁਣ ਤੁਸੀਂ ਕਹਿੰਦੇ ਹੋ ਮਰ ਜਾਏਗਾ, ਮ੍ਰਿਤਿੂ ਨੂੰ ਪ੍ਰਾਪਤ ਕਰੇਗਾ, ਕਿਰਪਾ ਕਰਕੇ ਬਚਾਓ ਇਸ ਨੂੰ। ਕਹਿੰਦੇ ਹੁਣ ਮੈਂ ਤਾਂ ਨਹੀਂ ਬਚਾ ਸਕਦਾ, ਮੇਰੇ ਗੁਰੂਦੇਵ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਆਖੋ ਸਤਨਾਮ ਸ਼੍ਰੀ ਕਲੰਗੀਆਂ ਵਾਲੇ ਪਾਤਸ਼ਾਹ ਆਨੰਦਪੁਰ ਸਾਹਿਬ ਦੇ ਵਿੱਚ ਜੋਤ ਜਗਾ ਰਹੇ ਨੇ, ਸੰਗਤਾਂ ਦਾ ਭਲਾ ਕਰ ਰਹੇ ਨੇ, ਦੁਖੀ ਜੀਵ ਦੁੱਖ ਦੱਸ ਕੇ ਸੁੱਖਾਂ ਦੀ ਪ੍ਰਾਪਤੀ ਕਰ ਰਹੇ ਨੇ। ਦੁੱਖ ਪਰਖਰ ਸੁੱਖ ਘਰ ਲੈ ਜਾਏ, ਦੁੱਖ ਦੇ ਆਉਂਦੇ ਹਨ, ਸੁੱਖ ਲੈ ਕੇ ਆਉਂਦੇ ਹਨ। ਉੱਥੇ ਜਾਓ, ਕਲਗੀਆਂ ਵਾਲੇ ਪਾਤਸ਼ਾਹ ਤੁਹਾਡੀ ਮਦਦ ਕਰ ਸਕਦੇ ਨੇ, ਹੋਰ ਦੁਨੀਆ ਤੇ ਤੁਹਾਡੀ ਕੋਈ ਮਦਦ ਨਹੀਂ ਕਰ ਸਕਦਾ। ਕੇਵਲ ਤੋਂ ਕੇਵਲ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਸਾਨੀ ਕੋਈ ਦੁਨੀਆ ਤੇ ਹੈ ਨਹੀਂ। ਕੀ ਕਹਿ ਰਹੇ ਹਨ?
ਮਨ ਚੱਲ ਆਨੰਦਪੁਰ ਨੂੰ ਤੁਰ ਚੱਲੀਏ, ਚੱਲ ਆਨੰਦਪੁਰ ਨੂੰ ਤੁਰ ਚੱਲੀਏ। ਚੱਲ ਆਨੰਦਪੁਰ ਨੂੰ ਚੱਲ ਚੱਲੀਏ, ਮਨ ਚੱਲ ਆਨੰਦਪੁਰ ਨੂੰ ਚੱਲ ਚੱਲੀਏ। ਚੱਲ ਆਨੰਦਪੁਰ ਨੂੰ ਚੱਲ ਚੱਲੀਏ, ਮਨ ਚੱਲ ਆਨੰਦਪੁਰ ਨੂੰ ਚੱਲ ਚੱਲੀਏ। ਤੇ ਵਸਦੇ ਪ੍ਰੀਤਮ ਮੇਰੇ, ਚੱਲ ਆਨੰਦਪੁਰ ਨੂੰ, ਚੱਲ ਆਨੰਦਪੁਰ ਨੂੰ ਤੁਰ ਚੱਲੀਏ। ਬੈਠੇ ਸਤਿਗੁਰ ਮੇਰੇ, ਚੱਲ ਮੰਤਰ ਨੂੰ ਤੁਰ ਚੱਲੀਏ, ਮਨਾ ਚੱਲ ਆਨੰਦਪੁਰ ਨੂੰ ਚੱਲ ਚੱਲੀਏ। ਤੇ ਵਸਦੇ ਪ੍ਰੀਤਮ ਮੇਰੇ, ਚੱਲ ਆਨੰਦਪੁਰ ਨੂੰ ਤੁਰ ਚੱਲੀਏ, ਮਨਾ ਚੱਲ ਆਨੰਦਪੁਰ ਨੂੰ ਤੁਰ ਚੱਲੀਏ। ਤੇ ਬੈਠੇ ਸਤਿਗੁਰ ਮੇਰੇ, ਚੱਲ ਆਨੰਦਪੁਰ ਨੂੰ ਤੁਰ ਚੱਲੀਏ, ਮਨਾ ਚੱਲ ਆਨੰਦਪੁਰ ਨੂੰ ਚੱਲ ਚੱਲੀਏ। ਸਤਿਗੁਰ ਮੇਰੇ, ਚੱਲ ਆਨੰਦਪੁਰ ਨੂੰ ਚੱਲ ਚੱਲੀਏ, ਮਨ ਚੱਲ ਆਨੰਦਪੁਰ ਨੂੰ ਚੱਲ ਚੱਲੀਏ। ਮਨ ਬਣਾ ਲਿਆ ਕਿ ਮੈਂ ਹੁਣ ਆਨੰਦਪੁਰ ਸਾਹਿਬ ਜਾਵਾਂਗੀ, ਆਪ ਦੇ ਬੱਚੇ ਨੂੰ ਨਾਲ ਲੈ ਕਰਕੇ। ਸਾਧ ਸੰਗਤ ਇੱਕ ਵਾਰ ਪਤਾ ਲੱਗ ਜਾਏ ਪੂਰਨ ਮਹਾਂਪੁਰਖਾਂ ਦਾ, ਬੰਦਗੀ ਵਾਲਿਆਂ ਦਾ, ਫਿਰ ਉੱਥੇ ਦੇਰ ਸਵੇਰ ਨਹੀਂ ਦੇਖੀ ਜਾਂਦੀ, ਉੱਥੇ ਦੁੱਖ ਭੁੱਖ ਨਹੀਂ ਦੇਖੀ ਜਾਂਦੀ, ਅਮੀਰੀ ਗਰੀਬੀ ਨਹੀਂ ਦੇਖੀ ਜਾਂਦੀ। ਜਦੋਂ ਪਤਾ ਲੱਗ ਗਿਆ ਕਿ ਸਾਡੇ ਸਭੇ ਦੁੱਖ ਕੱਟਣ ਵਾਲਾ ਅਕਾਲ ਪੁਰਖ ਵਾਹਿਗੁਰੂ ਨੇ ਭੇਜ ਦਿੱਤਾ ਹੈ, ਫਿਰ ਅਸੀਂ ਇੱਕਦਮ ਉਹਦੇ ਕੋਲ ਪਹੁੰਚ ਜਾਂਦੇ ਹਾਂ। ਕਿਰਪਾ ਹੋਈ, ਮਨ ਮੰਨ ਗਿਆ। ਸਾਧ ਸੰਗਤ ਜੀ ਪਾਤੇ ਚਾਲੇ ਆਨੰਦਪੁਰ ਸਾਹਿਬ ਨੂੰ। ਪਾਤੇ ਚਾਲੇ ਚੱਲਣ ਤੋਂ ਪਹਿਲਾਂ ਭਾਈ ਸ਼ਾਮੂ ਪੁੱਛਦੇ ਨੇ, ਤੈਨੂੰ ਪਤਾ ਹੈ ਆਨੰਦਪੁਰ ਸਾਹਿਬ ਨੂੰ ਕਿਵੇਂ ਜਾਈਦਾ ਹੁੰਦਾ ਹੈ? ਤੈਨੂੰ ਪਤਾ ਹੈ ਕਿਵੇਂ ਜਾਣਾ ਹੈ? ਕਹਿੰਦੀ ਗੱਡਿਆਂ ਗੁੱਡਿਆਂ ਤੇ ਜਾਵਾਂਗੇ, ਰੱਥ ਤੇ ਚਲੇ ਜਾਵਾਂਗੇ। ਓਹੋ, ਸਾਧ ਸੰਗਤ ਜਦੋਂ ਇਸ ਤਰ੍ਹਾਂ ਦੇ ਨਾਲ ਦੱਸਿਆ, ਕਹਿੰਦੇ ਅਸੀਂ ਇਹ ਗੱਲ ਨਹੀਂ ਕਰਦੇ ਕਿ ਕਿਵੇਂ ਜਾਓਗੇ, ਗੱਡਿਆਂ ਤੇ ਜਾਓਗੇ, ਕਿਵੇਂ ਜਾਓਗੇ ਇਹ ਗੱਲ ਨਹੀਂ ਕਰਦੇ, ਕਿਵੇਂ ਅਰਦਾਸ ਬੇਨਤੀ ਕਰਕੇ ਜਾਓਗੇ ਉਹ ਪੁੱਛਦੇ ਆ। ਕਹਿੰਦੇ ਜੀ ਸਾਨੂੰ ਤਾਂ ਪਤਾ ਹੀ ਨਹੀਂ ਅਰਦਾਸ ਕਿਵੇਂ ਕਰਨੀ ਹੈ, ਬੇਨਤੀ ਕਿਵੇਂ ਕਰਨੀ ਹੈ, ਸਾਨੂੰ ਨਹੀਂ ਪਤਾ। ਕਹਿੰਦੇ ਅਰਦਾਸ ਕਰੋ ਕਿ ਹੇ ਮਹਾਰਾਜ ਅਸੀਂ ਤੇਰੇ ਵੱਲ ਨੂੰ ਚਾਲੇ ਪਾ ਰਹੇ ਹਾਂ, ਕਿਰਪਾ ਕਰਕੇ ਸਾਡੀ ਬਾਹ ਫੜ ਲਈ, ਸਾਨੂੰ ਜਵਾਬ ਨਾ ਦੇ ਦੀ, ਕਿਤੇ ਕਿਤੇ ਇਹ ਨਾ ਕਹਿ ਦੀ ਪ੍ਰੀਤਮ ਪਿਆਰਿਆ ਕਿ ਮੈਂ ਤੁਹਾਡੀ ਕੋਈ ਮਦਦ ਨਹੀਂ ਕਰ ਸਕਦਾ, ਕਿਰਪਾ ਕਰਕੇ ਸਾਡੀ ਬਾਹ ਪਕੜ ਲਈ। ਜਦੋਂ ਅਸੀਂ ਆ ਗਏ ਨਾ ਤੇਰੇ ਚਰਨਾਂ ਦੇ ਵਿੱਚ, ਤੇਰੇ ਕੋਲ ਆ ਗਏ, ਬਸ ਕੀ ਬੇਨਤੀ ਕਰਦੇ ਜਾਣਾ ਹੈ? ਸਾਰੇ ਛੱਡ ਕੇ ਦੁਆਰੇ ਦੁਨੀਆ ਦੇ, ਤੇਰੇ ਦਰ ਆ ਗਏ ਮਾਲਕਾ। ਛੱਡ ਕੇ ਦੁਆਰੇ ਸਾਰੇ ਦੁਨੀਆ ਦੇ, ਤੇਰੇ ਦੁਆਰੇ ਆ ਗਏ ਮਾਲਕਾ। ਦੁਨੀਆ ਦੇ ਤੇਰੇ ਦੁਆਰੇ ਆ ਗਏ ਪ੍ਰੀਤਮਾ, ਸਾਰੇ ਛੱਡ ਕੇ ਦੁਆਰੇ, ਸਾਰੇ ਦੁਨੀਆ ਦੇ ਤੇਰੇ ਦੁਆਰੇ, ਛੱਡ ਕੇ ਦੁਆਰੇ ਸਾਰੇ ਦੁਨੀਆ ਦੇ ਤੇਰੇ ਦੁਆਰੇ ਆ ਗਏ ਮਾਲਕਾ। ਸਾਰੇ ਛੱਡ ਕੇ ਦੁਆਰੇ ਦੁਨੀਆ ਦੇ ਤੇਰੇ ਦੁਆਰੇ ਆ ਗਏ ਪ੍ਰੀਤਮਾ, ਤੇਰੇ ਦੁਆਰੇ ਜੀ ਆ ਗਏ ਮਾਲਕਾ। ਤੇਰੇ ਦੁਆਰੇ ਜੀ ਆ ਗਏ ਮਾਲਕਾ। ਤੇਰੇ ਦੁਆਰੇ ਆ ਗਏ ਮਾਲਕਾ। ਤੇਰੇ ਦੁਆਰੇ ਜੀਓ ਆ ਗਏ ਮਾਲਕਾ।
ਮਾਗੇ ਗਏ ਕੀ ਲਾਜ ਆਸ। ਗੋਬਿੰਦ ਦਾਸ ਤੁਹਾਰ ਬਸ ਮਨ ਬਣਾ ਲਿਆ, ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਪਹੁੰਚ ਗਏ। ਜਦੋਂ ਉੱਥੇ ਪਹੁੰਚੇ, ਕਿਹਾ ਸੀ ਜਾ ਕੇ ਦੱਸਿਓ ਨਾ ਇਹਦੀ ਉਮਰ ਕਿੰਨੀ ਕੁ ਦਸੀਏ। ਸ਼ਾਮੂ ਜੀ ਨੇ ਦੱਸਿਓ ਨਾ, ਕੇਵਲ ਬੇਨਤੀ ਕਰਿਓ ਇਹ ਬੱਚਾ ਬਿਮਾਰ ਹੈ, ਤੁਸੀਂ ਇਸ ਨੂੰ ਬਿਲਕੁਲ ਠੀਕ ਕਰ ਦਿਓ। ਬਸ ਇੰਨੀ ਬੇਨਤੀ ਬਹੁਤ ਹੈ, ਕਿਉਂਕਿ ਉਹ ਜਾਣੀ ਜਾਣ ਹਨ ਅੰਤਰਯਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ। ਉਹ ਤੁਹਾਡੇ ਮਨ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਕਰ ਦੇਣਗੇ। ਦੱਸਿਓ ਨਾ, ਕੇਵਲ ਜਾ ਕੇ ਬੇਨਤੀ ਕਰਿਓ ਇਹ ਬੱਚਾ ਬਿਮਾਰ ਹੈ। ਸ਼ਾਮੂ ਸਚਿਆਰਾ ਜੀ ਨੇ ਭੇਜਣਾ ਕੀਤਾ ਹੈ, ਦਵਾਈ ਕੋਈ ਅਸਰ ਨਹੀਂ ਕਰਦੀ ਪ੍ਰੀਤਮ, ਤੁਸੀਂ ਕਿਰਪਾ ਕਰੋ ਮੇਰੇ ਸ਼ਾਹੇ ਸ਼ਹਿਨਸ਼ਾਹ, ਇਹਨੂੰ ਦੇ ਅਰੋਗਤਾ ਬਖਸ਼ ਦਿਓ। ਹੁਣ ਸਤਿਗੁਰਾਂ ਨੂੰ ਜਾ ਕੇ ਨਮਸਕਾਰ ਕਰਕੇ ਬੇਨਤੀ ਕਰ ਦਿੱਤੀ ਇਹ ਬੱਚਾ ਬਿਮਾਰ ਹੈ, ਸਾਨੂੰ ਭਾਈ ਸ਼ਾਮੂ ਜੀ ਨੇ ਭੇਜਣਾ ਕੀਤਾ ਹੈ। ਮਹਾਰਾਜ ਕਹਿੰਦੇ ਇਉਂ ਕਰੋ, ਜੋ ਅਸੀਂ ਬਚਨ ਕਰਾਂਗੇ ਤੁਸੀਂ ਮੰਨੋਗੇ ਭਾਈ? ਕਹਿੰਦੇ ਹਾਂ ਮਹਾਰਾਜ, 7 ਵਚਨ ਹੈ, ਕਲਗੀਆਂ ਵਾਲੇ ਬਚਨ ਕਰਨ ਅਸੀਂ ਨਾ ਮੰਨੀਏ ਕਿਵੇਂ ਹੋ ਸਕਦਾ ਹੈ? ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰਕੇ ਬਚਨ ਮਨਾਓ। ਇਹ ਬਾਣੀ ਕਿੰਨੀ ਪੜ੍ਹਦਾ ਹੈ ਮਹਾਰਾਜ? ਜਪਜੀ ਸਾਹਿਬ ਜਵਾਨੀ ਯਾਦ ਹੈ, ਸੁਖਮਨੀ ਸਾਹਿਬ ਮੂੰਹ ਜਵਾਨੀ ਯਾਦ ਹੈ। ਕਹਿੰਦੇ ਇਹਨੂੰ ਘੋੜਿਆਂ ਦੇ ਤਵੇਲੇ 'ਚ ਲੈ ਜਾਓ, ਘੋੜਿਆਂ ਦੀ ਸੇਵਾ ਕਰਿਆ ਕਰੇ। ਅਸੀਂ ਜਦੋਂ ਸਾਨੂੰ ਸਾਡਾ ਮਨ ਕੀਤਾ, ਸਾਨੂੰ ਇਹਦੀ ਖਿੱਚ ਪਈ, ਇਹਦੀ ਸੇਵਾ ਨੇ ਸਾਨੂੰ ਪ੍ਰਸੰਨ ਕਰ ਦਿੱਤਾ, ਅਸੀਂ ਆਪ ਚੱਲ ਕੇ ਆਵਾਂਗੇ ਇਹਨੂੰ ਮਿਲਣ ਵਾਸਤੇ। ਐਸਾ ਵੀ ਪ੍ਰੀਤਮ ਹੈ ਸਾਡਾ, ਅਸੀਂ ਖੁਦ ਅਸੀਂ ਭਗਤੀ ਕਰੀਏ, ਨਾਮ ਜਪੀਏ, ਸਾਡਾ ਗੁਰੂ ਸਾਨੂੰ ਮਿਲਣ ਵਾਸਤੇ ਆਉਂਦਾ। ਲੋਕਾਂ ਦੇ ਗੁਰੂਆਂ ਨੂੰ ਜਾ ਕੇ ਮਿਲਣਾ ਪੈਂਦਾ, ਆਪਣਾ ਗੁਰੂ ਸਾਨੂੰ ਦਰਸ਼ਨ ਦੇਣ ਆਪ ਚੱਲ ਕੇ ਆਉਂਦਾ। ਭਾਈ ਰੂਪੇ ਦਾ ਪਾਣੀ ਪੀਤਾ ਕਿ ਨਹੀਂ ਪੀਤਾ? ਇੰਨਾ ਠੰਡਾ ਮਿੱਠਾ ਪਾਣੀ, ਕਹਿੰਦੇ ਇੰਨਾ ਠੰਡਾ ਪਾਣੀ ਹੈ ਸਤਿਗੁਰੂ ਆਪ ਆ ਕੇ ਪੀ ਲੈਣ। ਸਤਿਗੁਰਾਂ ਨੇ ਖੇਤਾਂ 'ਚ ਜਾ ਕੇ ਉਹਦਾ ਪਾਣੀ ਪੀਤਾ। ਕਿੰਨੇ ਪ੍ਰਮਾਣ, ਕੱਲ ਪਰਸੋਂ ਚੌਥੇ ਤੋਂ ਹੀ ਆਪਾਂ ਉਸਤਤ ਕਰਦੇ ਆ ਰਹੇ ਹਾਂ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੇਵਾ ਲਾਤੀ, ਘੋੜਿਆਂ ਦੀ ਸੇਵਾ ਕਰਦੇ ਐ। ਹੁਣ ਇਹ ਜਿਹੜਾ ਬਾਲਕ ਹੈ ਨਾ 8 ਸਾਲ ਦਾ, ਇਹਨੂੰ ਐਸੀ ਸੇਵਾ ਦੇ ਉੱਤੇ ਲਗਾ ਦਿੱਤਾ ਭਾਈ ਧੰਨਾ ਸਿੰਘ ਨੇ, ਜਿਹੜਾ ਘੋੜਿਆਂ ਦੇ ਤਵੇਲੇ 'ਚ ਸੇਵਾ ਕਰਾਉਂਦਾ ਸੀ। ਕਹਿੰਦਾ ਸਾਰੇ ਘੋੜਿਆਂ ਦੀ ਸੇਵਾ ਤੂੰ ਕਰਨੀ। ਇਹ ਛੋਟਾ ਜਿਹਾ ਬੱਚਾ ਕਹਿੰਦਾ ਉਹ ਨੀਲਾ ਘੋੜਾ ਕਿੰਨਾ ਸੋਹਣਾ ਲੱਗਦਾ ਹੈ, ਕਿਰਪਾ ਕਰਕੇ ਮੈਨੂੰ ਨੀਲੇ ਘੋੜੇ ਦੀ ਸੇਵਾ ਦੇ ਦਿਓ। 8 ਸਾਲ ਦਾ ਬੱਚਾ। ਅਸੀਂ ਤਾਂ ਕੰਨ ਕਤਰਾਉਨੇ ਆ। ਜੇ ਭੋਗ ਪਵੇ ਨਾ, ਗੁਰੂ ਗ੍ਰੰਥ ਸਾਹਿਬ ਨੂੰ ਗੁਰਦੁਆਰਾ ਸਾਹਿਬ ਛੱਡ ਕੇ ਆਉਣ ਵਾਸਤੇ ਨਾ ਕੋਨੇ ਮੋਨੇ ਜੇ 4 ਜਵਾਕ ਮੂਹਰੇ ਕਰ ਦਿੰਦੇ ਹੋ, ਆ ਲੈ ਕੇ ਜਾਣਗੇ ਮਹਾਰਾਜ ਨੂੰ। ਕਰਦੇ ਕਿ ਨਹੀਂ ਕਰਦੇ? ਜਿਹੜੇ ਆਪ ਹੁੰਨੇ ਹੋ ਨਾ ਕਹਿੰਦੇ ਕਹਾਉਂਦੇ, ਮੇਰੀਆਂ ਜੀ ਜਰਾਬਾਂ ਲਿਬੜ ਜਾਣਗੀਆਂ, ਮੈਂ ਤਾਂ ਜੀ ਛੇਤੀ ਘਰ ਨੂੰ ਜਾਣਾ, ਮੈਂ ਮਹਾਰਾਜ ਨੂੰ ਛੱਡਣ ਜਾ ਨਹੀਂ ਸਕਦਾ। ਤੇ 4 ਜਵਾਕ, ਨਾ ਉਹਨੂੰ ਪਤਾ ਘੰਟੀ ਅੱਗੇ ਵਜਾਉਣੀ, ਨਾ ਪਤਾ ਜਲ ਅੱਗੇ ਛੜਕਣਾ। ਘਰੋਟਣੇ ਕੀਤੇ ਜਵਾਕ ਮਹਾਰਾਜ ਦੇ ਅੱਗੇ ਟੱਲੀਆਂ ਵਜਾਉਂਦੇ, ਉਹਨਾਂ ਨੂੰ ਵਾਹਿਗੁਰੂ ਵੀ ਨਹੀਂ ਕਹਿਣਾ ਆਉਂਦਾ। ਕਦੇ ਉਹ ਪਾਣੀ ਛੜਕਣ ਵਾਲਾ ਮੂਰਲੇ ਦੇ ਪੈਰਾਂ ਤੇ ਪਾਈ ਜਾਂਦਾ, ਘੰਟੀ ਵਜਾਉਣ ਵਾਲਾ ਕਈ ਵਾਰੀ ਉਹ ਥੋੜੀ ਅਸੀਂ ਦੇਖਿਆ, ਉਹ ਜਿਹੜਾ ਅੱਗੇ ਜਾਂਦਾ ਉਹਦੀ ਟੂਹੀ 'ਚ ਮਾਰਦਾ। ਅੱਖੀਂ ਦੇਖਿਆ, ਤੁਸੀਂ ਕਿਹੜਾ ਨਹੀਂ ਦੇਖਿਆ, ਤੁਸੀਂ ਵੀ ਦੇਖਿਆ। ਅਸੀਂ ਸੇਵਾ ਕਰਨ ਤੋਂ ਕੰਨ ਕਤਰਾਉਂਦੇ ਹਾਂ ਕਿ ਸੇਵਾ ਤੇ ਨਾ ਲਾ ਦੇਣ ਕਿਤੇ। ਉਹ ਕਹਿੰਦੇ ਭਾਈ ਧੰਨਾ ਸਿੰਘ ਕਹਿੰਦੇ ਕੀ ਸੇਵਾ ਕਰੇਂਗਾ? ਕਹਿੰਦਾ ਜੀ ਘੋੜੇ ਦੀ। ਕਹਿੰਦੇ ਤੇਰਾ ਤਾਂ ਹੱਥ ਹੀ ਨਹੀਂ ਪਹੁੰਚਣਾ, ਘੋੜੇ ਤਾਂ ਕਿੱਡਾ ਜਵਾਨ ਘੋੜਾ, ਨੀਲਾ ਇੰਨਾ ਉੱਚਾ ਘੋੜਾ। ਦੇਖੋ ਬੱਚੇ ਦੀ ਬੇਨਤੀ, ਮੈਂ ਜੀ ਘੋੜੇ ਦੇ ਖੁਰ ਸਾਫ਼ ਕਰਿਆ ਕਰੂੰਗਾ। ਅਸੀਂ ਕਹਿੰਦੇ ਆ ਕਾਕਾ ਪਰੇ ਹੋ ਕੇ ਨੰਗੀ, ਕਿਤੇ ਤੇਰੇ ਦਲੱਤਾ ਹੀ ਨਾ ਮਾਰੇ। ਅਸੀਂ ਕਹਿੰਦੇ ਆ, ਸਾਨੂੰ ਵੀ ਐਂ ਕਹਿੰਦੇ ਸੀ,
ਪਿੱਛੇ ਪਰੇ ਹਟ ਕੇ ਕਹਿੰਦੇ ਖਾਂ ਬੇਟਾ ਤੂੰ ਨੀਲੇ ਘੋੜੇ ਦੇ ਖੁਰ ਸਾਫ਼ ਕਰਿਆ ਕਰੀ, ਖੁਰ ਸਾਫ਼ ਕਰ ਦੇ। ਉਧਰ ਮਾਂ ਅੱਜ ਮੇਰੇ ਬੱਚੇ ਦੇ 4 ਮਹੀਨੇ ਰਹਿ ਗਏ ਮਰਨ ਦੇ, ਅੱਜ ਮੇਰੇ ਬੱਚੇ ਦੇ 3 ਮਹੀਨੇ ਰਹਿ ਗਏ ਚੜ੍ਹਾਈ ਕਰ ਜਾਣਾ, ਅੱਜ ਮੇਰੇ ਬੱਚੇ ਦਾ 1 ਮਹੀਨਾ ਰਹਿ ਗਿਆ। ਉਧਰ ਸੱਚੇ ਪਾਤਸ਼ਾਹ ਆਨੰਦ ਵਿੱਚ ਹਨ, ਸੰਗਤਾਂ ਨੂੰ ਤਾਰ ਦੇ ਮਿਲੇ ਨਹੀਂ ਇੱਕ ਵੀ ਵਾਰ। ਬੇਟਾ ਘੋੜੇ ਦੀ ਸੇਵਾ ਕਰਦਾ, ਨੀਲੇ ਘੋੜੇ ਦੀ, ਕਲਗੀਆਂ ਵਾਲੇ ਦੇ ਨੀਲੇ ਘੋੜੇ ਦੀ। ਮਾਂ ਦਿਨ ਰਾਤ ਚਿੰਤਾ ਵਿੱਚ ਸੁੱਕਦੀ ਜਾ ਰਹੀ ਹੈ। ਅੱਜ ਮੇਰੇ ਪੁੱਤ ਦੇ 5 ਦਿਨ ਰਹਿ ਗਏ ਸੰਸਾਰ ਤੋਂ ਜਾਣ ਦੇ। ਮਾਂ ਕਹਿੰਦੀ ਹੈ, ਕਿਉਂਕਿ ਮਾਮਾ ਨੂੰ ਜਨਮ ਤਰੀਕ ਦਾ ਪਤਾ ਹੁੰਦਾ ਹੈ, ਪਿਤਾ ਕਈ ਵਾਰੀ ਭੁੱਲ ਜਾਂਦੇ ਹੈ। ਮਾਮਾ ਨੂੰ ਪਤਾ ਹੁੰਦਾ, ਟਾਈਮ ਦਾ ਵੀ ਪਤਾ ਹੁੰਦਾ ਹੈ, ਕਿਉਂਕਿ ਇਹਨੇ ਕਸ਼ਟ ਸਰੀਰ ਤੇ ਹੰਢਾਇਆ ਹੁੰਦਾ ਹੈ। ਅੱਜ 2 ਦਿਨ ਰਹਿ ਗਏ, ਸਾਧ ਸੰਗਤ ਤੋਂ ਟਾਈਮ ਆ ਗਿਆ। ਜਦੋਂ ਬੱਚੇ ਨੇ 9 ਸਾਲ ਦਾ ਹੋਣਾ ਸੀ ਅਤੇ ਆਪਣੇ ਸਰੀਰ ਦਾ ਤਿਆਗ ਕਰਨਾ ਸੀ, ਇਸ ਸੰਸਾਰ ਤੋਂ ਚਲੀ ਜਾਣਾ ਸੀ, ਤੇ ਬੀਬੀ ਦੇ ਘਰ ਵਾਲਾ ਘਰੇ ਅਰਦਾਸਾਂ ਕਰਦਾ ਹੈ, ਹੇ ਭਗਵਾਨ ਮੇਰੀ ਧਰਮ ਸੁਪਤਨੀ ਆਪਣੇ ਬੇਟੇ ਨੂੰ ਲੈ ਕੇ ਕਲਗੀਆਂ ਵਾਲੇ ਦੇ ਚਰਨਾਂ 'ਚ ਗਈ ਹੈ। ਹੇ ਪ੍ਰੀਤਮਾ ਮੇਰੀ ਗਰੀਬ ਦੀ ਬੇਨਤੀ ਪ੍ਰਵਾਨ ਕਰ ਲਿਓ, ਕਿਤੇ ਇਹ ਨਾ ਹੋਵੇ ਕਿ ਮੇਰੀ ਘਰ ਵਾਲੀ ਮੇਰੀ ਧਰਮ ਪਤਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਕੋਲੋਂ ਕੱਲੀ ਹੋਈ ਵਾਪਸ ਆਵੇ, ਕਿਤੇ ਇਹ ਨਾ ਹੋ ਜਾਵੇ। ਮਹਾਰਾਜ ਆਪ ਜੀ ਤੋਂ ਵਿਸ਼ਵਾਸ ਉੱਠ ਜੂਗਾ, ਅਸੀਂ ਕਲਯੁਗੀ ਜੀਵ ਹਾਂ। ਜੇ ਮੇਰਾ ਪੁੱਤ ਚੜ੍ਹਾਈ ਕਰ ਗਿਆ, ਮੇਰੀ ਘਰ ਵਾਲੀ ਕਲਗੀਆਂ ਵਾਲੇ ਕੋਲੋਂ ਕੱਲੀ ਹੋਈ ਮੁੜਿਆਈ, ਕੌਣ ਜਾਊਗਾ ਗੁਰੂ ਘਰ? ਅਸੀਂ ਤਾਂ ਧੀਆਂ ਪੁੱਤਰਾਂ ਦੀਆਂ ਦਾਤਾਂ ਲੈਣ ਜਾਂਦੇ ਆ ਨਾ। ਜੇ ਕਲਗੀਆਂ ਵਾਲੇ ਕੋਲ ਗਏ ਤੇ ਪੁੱਤ ਮਰ ਗਿਆ, ਕੌਣ ਜਾਊ ਕਲਗੀਆਂ ਵਾਲੇ ਕੋਲੇ? ਮਨ ਉਦਾਸ ਹੈ, ਰੋਜ਼ ਅਰਦਾਸਾਂ ਕਰਦਾ ਹੈ, ਹੇ ਸੱਚੇ ਪਾਤਸ਼ਾਹ ਤੇਰੇ ਆਸਰੇ ਮੇਰਾ ਬੇੜਾ ਜੀ ਗਰੀਬ ਦਾ, ਤੇਰੇ ਆਸਰੇ ਮੇਰਾ ਬੇੜਾ ਜੀ ਗਰੀਬ ਦਾ, ਤੇਰੇ ਆਸਰੇ ਹੈ ਮੇਰਾ ਬੇੜਾ ਜੀ ਗਰੀਬ ਦਾ, ਤੇਰੇ ਆਸਰੇ ਹੈ ਮੇਰਾ ਬੇੜਾ ਜੀ ਗਰੀਬ ਦਾ, ਤੇਰੇ ਆਸਰੇ ਹੈ ਮੇਰਾ ਬੇੜਾ ਜੀ ਗਰੀਬ ਦਾ, ਤੇਰੇ ਆਸਰੇ ਮੇਰਾ ਬੇੜਾ ਜੀ ਗਰੀਬ ਦਾ। ਸਾਧ ਸੰਗਤ ਆਪਾਂ ਸਾਰੇ, ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿੱਤ ਉਦਾਸ, ਥੋੜੇ ਥੋੜੇ ਸਭ ਦੁਖੀ, ਸੁਖੀ ਘਰੀ ਕੇ ਅਸੀਂ ਸਭ ਦੁਖੀ ਹਾਂ। ਜਿਹਦਾ ਜਿਹਦਾ ਬੇੜਾ, ਜਿਹਦਾ ਜਿਹਦਾ ਸਰੀਰ ਰੂਪੀ ਬੇੜਾ, ਗ੍ਰਸਤ ਰੂਪੀ ਬੇੜਾ, ਬੱਚਿਆਂ ਰੂਪੀ ਬੇੜਾ, ਪਰਿਵਾਰ ਰੂਪੀ ਬੇੜਾ, ਖੇਤੀਬਾੜੀ ਰੂਪੀ ਬੇੜਾ, ਡੰਗਰ ਪਸ਼ੂਆਂ ਰੂਪੀ ਬੇੜਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਆਸਰੇ ਤੇ ਸੱਚੇ ਪਾਤਸ਼ਾਹ ਤੇ ਡਿਪੈਂਡ ਕਰਦੇ ਆ। ਸਾਰੇ ਮੇਰਾ ਸਾਥ ਦਿਓ। ਜਿਹਦਾ ਬੇੜਾ ਸੱਚੇ ਪਾਤਸ਼ਾਹ ਦੇ ਆਸਰੇ ਤੇ ਹੈ ਨਹੀਂ, ਆਪ ਦੇ ਆਸਰੇ ਤੇ ਚੱਲਦਾ, ਬੇਸ਼ੱਕ ਨਾ ਬੋਲਿਓ, ਆ ਬੇਨਤੀ ਕਰੋ ਜਰਾ। ਜਿਹਦਾ ਜਿਹਦਾ ਬੇੜਾ ਸੱਚੇ ਪਾਤਸ਼ਾਹ ਦੇ ਆਸਰੇ ਤੇ ਆ, ਕਿਹਾ ਕਰੋ, ਤੇਰੇ ਆਸਰੇ ਮੇਰਾ ਬੇੜਾ ਜੀ, ਤੇਰੇ ਆਸਰੇ ਮੇਰਾ ਬੇੜਾ ਜੀ ਗਰੀਬ ਦਾ, ਤੇਰੇ ਆਸਰੇ ਹੈ ਮੇਰਾ ਬੇੜਾ ਜੀ ਗਰੀਬ ਦਾ, ਤੇਰੇ ਆਸਰੇ ਮੇਰਾ ਬੇੜਾ ਜੀ ਗਰੀਬ ਦਾ, ਤੇਰੇ ਆਸਰੇ ਮੇਰਾ, ਤੇਰੇ ਆਸਰੇ ਮੇਰਾ ਬੇੜਾ ਜੀ ਗਰੀਬ ਦਾ, ਬੇੜਾ ਜੀ ਗਰੀਬ ਦਾ, ਬੇੜਾ ਜੀ, ਬੇੜਾ ਜੀ ਗਰੀਬ ਦਾ, ਬੇੜਾ ਜੀ ਗਰੀਬ ਦਾ, ਬੇੜਾ ਜੀ ਗਰੀਬ ਦਾ, ਬੇੜਾ, ਬੇੜਾ ਜੀ ਗਰੀਬ ਦਾ, ਬੇੜਾ ਜੀ ਗਰੀਬ ਦਾ।
ਤੇਰੇ ਆਸਰੇ ਮੇਰਾ ਵੇੜਾ ਜੀ ਗਰੀਬ ਦਾ। ਅੱਜ ਉਹ ਦਿਨ ਆ ਗਿਆ ਜਦੋਂ ਸੱਚੇ ਪਾਤਸ਼ਾਹ ਨੂੰ ਖਿੱਚ ਪੈ ਗਈ, ਕਲਗੀਆਂ ਵਾਲੇ ਨੂੰ ਖਿੱਚ ਪੈ ਗਈ। ਕਲਗੀਆਂ ਵਾਲੇ ਅੱਜ ਇਸ ਬਾਲਕੇ ਨੂੰ ਮਿਲਣ ਵਾਸਤੇ ਆ ਰਹੇ ਹਨ। ਸਤ ਸੰਗਤ, ਸਤਿਗੁਰਾਂ ਦਾ ਮਨ ਕੀਤਾ ਕਿਉਂ ਨਾ ਮੈਂ ਵੀ ਜਾ ਕੇ ਉਸ ਬਾਲਕ ਨੂੰ ਮਿਲਾਂ, ਜਿਹੜਾ ਬਾਲਕ ਮੇਰੀ ਸੇਵਾ ਕਰਦਾ ਹੈ, ਮੇਰੇ ਘੋੜੇ ਦੀ ਸੇਵਾ ਕਰਦਾ ਹੈ, ਸੰਗਤਾਂ ਦੀ ਸੇਵਾ ਕਰਦਾ ਹੈ। ਸਾਧ ਸੰਗਤ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਚਾਲੇ ਮਾਰੇ, ਆਪ ਦੇ ਆਸਣਾ ਤੋਂ ਉੱਠੇ, ਘੋੜਿਆਂ ਦੇ ਤਬੇਲੇ ਵੱਲ ਆ ਗਏ। ਸਾਰੇ ਘੋੜਿਆਂ ਨੂੰ ਦੇਖਦੇ 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 ਆਓ ਨੀਲਾ ਘੋੜਾ ਸਜਿਆ ਹੋਇਆ। ਸਤਿਗੁਰੂ ਆਏ, ਘੋੜੇ ਦੇ ਆਲੇ ਦੁਆਲੇ ਗੇੜਾ ਦਿੱਤਾ। ਉਹ ਬਾਲਕ ਜਿਹਦੀ ਮ੍ਰਿਤਿੂ ਦੇ ਵਿੱਚ ਇੱਕ ਦਿਨ ਬਾਕੀ ਹੈ, ਉਹ ਬਾਲਕ ਕੋਲੇ ਖੇਡਦਾ ਫਿਰਦਾ ਹੈ। ਉਹ ਬਾਲਕ ਦੀ ਮਾਤਾ ਕੋਲ ਹੈ, ਉਹਦੀ ਜਾਨ ਤਰਾ ਤਰਾ ਕਰਦੀ ਹੈ। ਇਉਂ ਮਹਿਸੂਸ ਕਰਦੀ ਹੈ ਇੱਕ ਦਿਨ ਮੈਂ ਆਪ ਦੇ ਬੱਚੇ ਨੂੰ ਹੋਰ ਵੇਖਣਾ, ਇੱਕ ਦਿਨ ਤੋਂ ਬਾਅਦ ਮੇਰਾ ਬੱਚਾ ਮੈਨੂੰ ਦਿਖਣਾ ਨਹੀਂ, ਮੇਰੇ ਬੱਚੇ ਨੇ ਮੌਤ ਨੂੰ ਪ੍ਰਾਪਤ ਕਰ ਲੈਣਾ ਹੈ। ਬੜਾ ਮਨ ਉਦਾਸ, ਬੜਾ ਮਨ ਬੈਰਾਗ ਵਿੱਚ ਹੈ। ਉਹ ਆਗੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਜਿਹੜੇ ਖਾਲੀਆਂ ਝੋਲੀਆਂ ਭਰਦੇ ਐ, ਜਿਹੜੇ ਬਿਨਾ ਮੰਗਿਆ ਤੋਂ ਹੀ ਮੁਰਾਦਾਂ ਦਿੰਦੇ ਐ, ਬਿਨ ਬੋਲਿਆ ਸਭ ਕੁਛ ਜਾਣਦਾ। ਉਹ ਆਗੇ ਕਲਗੀਆਂ ਵਾਲੇ। ਸਾਧ ਸੰਗਤ, ਸੱਚੇ ਪਾਤਸ਼ਾਹ ਨੇ ਨੀਲੇ ਘੋੜੇ ਦੇ ਆਲੇ ਦੁਆਲੇ ਗੇੜਾ ਦਿੱਤਾ। ਗੇੜਾ ਦੇ ਕੇ ਕਹਿੰਦੇ ਧੰਨਾ ਸਿਆ। ਹਾਂ ਮਹਾਰਾਜ। ਧੰਨਾ ਸਿਆ ਨੀਲਾ ਬੜਾ ਸ਼ਿੰਗਾਰਿਆ, ਬੜਾ ਸ਼ਿੰਗਾਰਿਆ ਨੀਲਾ। ਸੱਚੇ ਪਾਤਸ਼ਾਹ ਕਿਰਪਾ ਤੁਹਾਡੀ ਸ਼ਹਿਨशाह, ਕਿਰਪਾ ਤੁਹਾਡੀ। ਮਹਾਰਾਜ ਕਹਿੰਦੇ ਕਿਹਨੇ ਤੂੰ ਸ਼ਿੰਗਾਰਿਆ, ਤੂੰ ਇੰਨੀ ਟੌਰ ਕੱਢੀਏ ਸਾਡੇ ਨੀਲੇ ਦੀ। ਚੁੱਪ ਕਰ ਗਿਆ। ਭਾਈ ਧੰਨਾ ਸਿੰਘ ਬੋਲਿਆ ਨਾ। ਕਹਿੰਦੇ ਬੋਲਦਾ ਨਹੀਂ ਤੂੰ। ਉਹ ਛੋਟਾ ਜਿਹਾ ਬਾਲਕ ਕੋਲੇ ਆ ਗਿਆ, ਮਾਂ ਕੋਲ ਆ ਗਈ। ਬਾਲਕ ਨੇ ਲੰਮਾ ਪੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਤੇ ਮੱਥਾ ਟੇਕਿਆ। ਕਹਿੰਦਾ ਜੀ ਉੱਪਰ ਤਾਂ ਮੇਰਾ ਹੱਥ ਜਾਂਦਾ ਨਹੀਂ। 8 ਸਾਲ ਦਾ ਬੱਚਾ, ਕੱਲ ਨੂੰ 9 ਸਾਲ ਦਾ ਹੋਣਾ ਇਹਨੇ। ਕਹਿੰਦਾ ਮਹਾਰਾਜ ਜੀ ਉੱਪਰ ਤਾਂ ਮੇਰਾ ਹੱਥ ਜਾਂਦਾ ਨਹੀਂ, ਉੱਪਰ ਤਾਂ ਨਹੀਂ ਮੈਂ ਸ਼ਿੰਗਾਰਿਆ। ਘੋੜੇ ਦੇ ਖੁਰ ਮੈਂ ਸਾਫ਼ ਕੀਤੇ ਐ, ਘੋੜੇ ਦੇ ਪੈਰ ਚਰਨ ਮੈਂ ਆਪ ਸਾਫ਼ ਕੀਤੇ ਐ। ਸੱਚੇ ਪਾਤਸ਼ਾਹ ਨੇ ਪੱਥੇ ਦੇ ਵਿੱਚੋਂ ਤੀਰ ਕੱਢਿਆ, ਧਰਤੀ ਦੇ ਉੱਤੇ 9 ਅੱਖਰ ਲਿਖਿਆ, 9 ਦੇ ਨਾਲ 1 ਜ਼ੀਰੋ ਪਾ ਕੇ ਕਹਿੰਦੇ ਅੱਜ ਤੋਂ ਤੂੰ 90 ਸਾਲ ਦਾ ਹੋ ਗਿਆ। ਆਖੋ ਸਤਨਾਮ। ਅੱਜ ਤੋਂ ਤੂੰ ਸਤਿ ਸ੍ਰੀ ਅਕਾਲ, ਅੱਜ ਤੋਂ ਤੂੰ ਬੇਟਾ 90 ਸਾਲ ਦਾ ਹੋ ਗਿਆ। ਇਹ ਦਾਤ ਤੁਹਾਨੂੰ ਭਾਈ ਸ਼ਾਮੂ ਦੇ ਸਕਦਾ ਸੀ। ਭਾਈ ਸ਼ਾਮੂ ਤੁਹਾਨੂੰ 90 ਸਾਲ ਦਾ ਕਰ ਸਕਦਾ ਸੀ, ਪਰ ਉਹ ਸਚਿਆਰਾ ਸਿੱਖ ਹੈ। ਸਚਿਆਰਾ ਸਿੱਖ ਕਦੇ ਆਪ ਦੀ ਪ੍ਰਭਤਾ ਨਹੀਂ ਕਰਾਉਂਦਾ ਹੁੰਦਾ। ਸਚਿਆਰਾ ਸਿੱਖ ਹਮੇਸ਼ਾ ਆਪ ਦੇ ਗੁਰੂ ਦੀ ਪ੍ਰਭਤਾ ਕਰਾਉਂਦਾ ਹੁੰਦਾ ਹੈ। ਉਹ ਸਚਿਆਰਾ ਸਿੱਖ ਪਤਾ ਕੀ ਕਹਿੰਦਾ ਹੁੰਦਾ ਹੈ? ਕੋਈ ਨਾਉ ਨੀ ਗੁਰੂ ਜੀ ਮੇਰਾ ਜਾਣਦਾ, ਸਭ ਵਡਿਆਈਆਂ ਤੇਰੀਆਂ। ਕੋਈ ਨਾਉ ਨਾ ਗੁਰੂ ਜੀ ਮੇਰਾ ਜਾਣਦਾ, ਸਭ ਵਡਿਆਈਆਂ ਤੇਰੀਆਂ। ਗੁਰੂ ਜੀ ਮੇਰਾ ਜਾਣੇ, ਸਭ ਵਡਿਆਈਆਂ ਤੇਰੀਆਂ। ਸਭ ਵਡਿਆਈਆਂ। ਕੋਈ ਨਾ
ਤੁਹਾਨੂੰ ਪਤਾ ਲੱਗ ਗਿਆ ਵੀ ਹੁਣ ਸਮਾਪਤੀ ਹੋਣ ਵਾਲੀ ਹੈ, ਤਾਂ ਹੀ ਇੰਨਾ ਉੱਚੀ ਧਾਰਨਾ 'ਚ ਬੋਲਦੇ ਹੋ। ਪਹਿਲਾਂ ਪਤਾ ਸੀ ਇੱਕ ਦੀਵਾਨ ਹੋਰ ਰਹਿੰਦਾ, ਤੁਸੀਂ ਤਾਂ ਨਹੀਂ ਸੀ ਬੋਲਦੇ। ਹੁਣ ਤੁਹਾਨੂੰ ਪਤਾ ਸਮਾਪਤੀ ਤਾਂ ਹੋ ਹੀ ਜਾਣੀ ਹੈ, ਚਲੋ ਇੱਕ ਧਾਰਨਾ 'ਚ ਉੱਚੀ ਬੋਲ ਲੈਂਦੇ ਖਾਂ। ਨੌਨੀ ਗੁਰੂ ਜੀ ਮੇਰਾ ਜਾਣਦਾ, ਕੋਈ ਨੌਨੀ ਗੁਰੂ ਜੀ ਮੇਰਾ ਜਾਣਦਾ। ਕੋਈ ਨੌਨੀ ਗੁਰੂ ਜੀ ਮੇਰਾ, ਗੁਰੂ ਜੀ ਮੇਰਾ, ਸਭ ਵਡਿਆਈਆਂ ਤੇਰੀਆਂ। ਨੌਨੀ ਗੁਰੂ ਜੀ ਮੇਰਾ ਜਾਣਦਾ, ਸਭ ਵਡਿਆਈਆਂ ਤੇਰੀਆਂ। ਜੀ ਸਭ ਵਡਿਆਈਆਂ ਤੇਰੀਆਂ। ਜਿਨ੍ਹਾਂ ਨੇ ਰੱਖਿਆ ਭਰੋਸਾ ਤੇਰਾ, ਉਹਨਾਂ ਨੇ ਸਭ ਕੁਛ ਪਾਇਆ। ਜਿਨ੍ਹਾਂ ਨੇ ਰੱਖਿਆ ਭਰੋਸਾ ਤੇਰਾ, ਉਹਨਾਂ ਨੇ ਸਭ ਕੁਛ ਪਾਇਆ ਹੈ। ਨਾ ਰੱਖਿਆ ਭਰੋਸਾ ਤੇਰਾ, ਉਹਨਾਂ ਸਭ ਕੁਛ ਪਾਇਆ ਏ। ਜਿਨ੍ਹਾਂ ਤੱਕਿਆ ਭਰੋਸਾ ਤੇਰਾ, ਉਹਨਾਂ ਸਭ ਕੁਛ ਪਾਇਆ, ਉਹਨਾਂ ਨੇ ਸਭ ਕੁਛ ਪਾਇਆ ਹੈ। ਸਭ ਕੁਛ ਪਾਇਆ ਹੈ, ਸਭ ਕੁਛ ਪਾਇਆ ਹੈ ਉਹਨਾਂ। ਜਿਨ੍ਹਾਂ ਨੇ ਰੱਖਿਆ ਭਰੋਸਾ ਤੇਰਾ, ਉਹਨਾਂ ਨੇ ਸਭ ਕੁਛ ਪਾਇਆ। ਰੱਖਿਆ ਭਰੋਸਾ ਤੇਰਾ, ਸਭ ਕੁਛ ਪਾਇਆ ਹੈ। ਨਾ ਤੱਕਿਆ ਭਰੋਸਾ ਤੇਰਾ, ਉਹਨਾਂ ਸਭ ਕੁਛ ਪਾਇਆ ਏ। ਉਹਨਾਂ ਤੱਕਿਆ ਭਰੋਸਾ, ਜਿਨ੍ਹਾਂ ਤੱਕਿਆ ਭਰੋਸਾ ਤੇਰਾ, ਸੋ ਜਿਨ੍ਹਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਤੇ ਪੂਰਨ ਵਿਸ਼ਵਾਸ ਅਤੇ ਭਰੋਸਾ ਰੱਖਿਆ, ਸਤਿਗੁਰੂ ਕੋਈ ਘਾਟ ਨਹੀਂ ਛੱਡਦੇ, ਇੰਨੀ ਕੁ ਕਿਰਪਾ ਕਰਦੇ ਹਨ। ਹੁਣ ਮਾਤਾ ਨੇ ਆ ਕੇ ਜਦੋਂ ਨਮਸਕਾਰ ਕੀਤੀ, ਮਾਂ ਕਹਿੰਦੀ ਮਹਾਰਾਜ ਬੜਾ ਧੰਨਵਾਦ ਹੈ ਆਪ ਜੀ ਦਾ, ਕਿਰਪਾ ਕਰ ਦਿੱਤੀ ਆਪ ਜੀ ਨੇ। ਮਹਾਰਾਜ ਮੇਰੇ ਪੁੱਤਰ 9 ਸਾਲ ਦੇ ਤੋਂ 90 ਸਾਲ ਦੀ ਉਮਰ ਬਖਸ਼ ਦਿੱਤੀ। ਜਦੋਂ ਮਾਂ ਨੇ ਮੱਥਾ ਟੇਕਿਆ, ਮਾਂ ਦੇ ਸਿਰ ਤੇ ਹੱਥ ਫੇਰ ਕੇ ਗੁਰੂ ਗੋਬਿੰਦ ਸਿੰਘ ਕਹਿੰਦੇ ਤੇਰੇ ਘਰ ਇੱਕ ਪੁੱਤਰ ਹੋਰ ਹੋਵੇਗਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਤੇਰੇ ਘਰ ਇੱਕ ਪੁੱਤਰ ਹੋਰ ਹੋਵੇਗਾ। ਇਹ ਪੁੱਤਰ ਜਿਹੜਾ ਤੈਨੂੰ ਦਿੱਤਾ, ਇਹ ਭਾਈ ਸ਼ਾਮੂ ਸਚਿਆਰਾ ਜੀ ਨੂੰ ਦੇ ਦੀ। ਤੇਰੇ ਘਰੇ ਇੱਕ ਪੁੱਤਰ ਹੋਰ ਹੋਵੇਗਾ, ਉਹ ਤੇਰੀ ਘਰ ਗ੍ਰਸਤੀ ਦੀਆਂ ਡਿਊਟੀਆਂ ਸੰਭਾਲੇਗਾ। ਸੋ ਕਹਿਣ ਤੋਂ ਭਾਵ ਕਿ ਜਿਹੜੀਆਂ ਸੰਗਤਾਂ ਤਨ ਮਨ ਧਨ ਦੇ ਨਾਲ ਸੇਵਾ ਕਰਦੀਆਂ ਹਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਤੇ ਪੂਰਨ ਵਿਸ਼ਵਾਸ ਅਤੇ ਭਰੋਸਾ ਰੱਖਦੀਆਂ ਹਨ, ਉਹਨਾਂ ਦੇ ਬਹੁਤ ਵੱਡੇ ਭਾਗ ਹਨ।
ਸੋ ਸਾਧ ਸੰਗਤ ਜੀ, ਆਪ ਸਾਰੇ ਬਹੁਤ ਉੱਤਮ ਕਰਮਾਂ ਵਾਲੇ ਹੋ। 3-4 ਦੀਵਾਨਾਂ ਦੇ ਵਿੱਚ ਸਾਡੇ ਬਹੁਤ ਪ੍ਰੇਮ ਵਾਲੇ ਸੂਬੇਦਾਰ ਕਰਨੈਲ ਸਿੰਘ ਜੀ ਧਨੋ ਨਗਰ ਤੋਂ ਪਿਛਲੇ ਸਾਲ ਵੀ, ਇਸ ਸਾਲ ਵੀ ਹਾਜ਼ਰੀ, ਔਰ ਸਾਡੇ ਪ੍ਰੇਮ ਵਾਲੇ ਫੌਜੀ ਸਾਹਿਬ ਇੰਦਰਜੀਤ ਸਿੰਘ ਜਿਨ੍ਹਾਂ ਨੇ ਸਾਨੂੰ ਤੁਹਾਨੂੰ ਮਿਲਾਇਆ, ਜੋ ਆਪਣੇ ਵਿਚੋਲੇ ਹਨ, ਜਿਨ੍ਹਾਂ ਨੇ ਸੱਚੇ ਨਾਮ ਦਾ ਹੋਕਾ ਦੇ ਕੇ ਐਸੇ ਮਹਾਂਪੁਰਖਾਂ ਦਾ ਦੀਦਾਰ ਕਰਵਾਇਆ। ਔਰ ਸੰਤ ਦਰਸ਼ਨ ਮੁਨੀ ਮਹਾਰਾਜ, ਸੰਤ ਨਿਰਮਲ ਦਾਸ ਮਹਾਂਪੁਰਸ਼ਾਂ ਦੇ ਸਥਾਨ ਤੇ ਵੀ ਅਸੀਂ ਗਏ, ਜਾ ਕੇ ਦਰਸ਼ਨ ਦੀਦਾਰ ਕੀਤੇ, ਮਨ ਆਨੰਦਿਤ ਹੋਇਆ। ਐਸੀਆਂ ਰੂਹਾਂ ਜੋ ਆਪ ਜੀ ਦੇ ਨਗਰ ਦੇ ਵਿੱਚ ਹਨ ਸਾਧ ਸੰਗਤ ਜੀ, ਫਿਰ ਇਸ ਨਗਰ ਤੇ ਕੋਈ ਕਸ਼ਟ ਭਾਰ ਕਿਵੇਂ ਆ ਸਕਦਾ ਹੈ। 1 ਸਾਲ ਦੇ ਵਿੱਚ ਤੁਸੀਂ ਮਹਾਂਪੁਰਸ਼ਾਂ ਨੂੰ ਇੰਨਾ ਸਹਿਯੋਗ ਦਿੱਤਾ। ਪਿਛਲੇ ਸਾਲ ਆਪਾਂ ਉੱਥੋਂ ਤੋਂ ਲੈ ਕੇ ਪਿੱਛੇ ਬੈਠੇ ਸਾਂ, ਸੰਗਤ ਬਾਹਰ ਤੱਕ ਸੀ, ਪਰ ਇਸ ਵਾਰੀ ਸਤਿਗੁਰਾਂ ਨੇ ਆਪ ਦਾ ਸੁੰਦਰ ਮੰਦਰ ਇਤਨਾ ਸੁੰਦਰ ਤਿਆਰ ਕਰਵਾ ਲਿਆ। ਸੰਗਤਾਂ ਬੈਠੀਆਂ ਸਾਰੀਆਂ ਸਤਿਗੁਰਾਂ ਦੇ ਦਰਸ਼ਨ ਕਰਦੀਆਂ ਹਨ ਅਤੇ ਮਹਾਂਪੁਰਖਾਂ ਦੇ ਦਰਸ਼ਨ ਕਰਦੀਆਂ ਹਨ। ਆਪ ਸੰਗਤਾਂ ਦਾ ਧੰਨਵਾਦ, ਜੋ ਕਿ ਆਪ ਮਹਾਂਪੁਰਸ਼ਾਂ ਦੇ ਨਾਲ ਉਹਨਾਂ ਦੇ ਬਚਨ ਮੰਨਦੇ ਹੋ, ਉਹਨਾਂ ਦੀ ਆਗਿਆ ਵਿੱਚ ਚੱਲਦੇ ਹੋ। ਇਸੇ ਤਰ੍ਹਾਂ ਤੁਸੀਂ ਉਹਨਾਂ ਦੀ ਆਗਿਆ ਵਿੱਚ